ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਾਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ ਇਹ 15ਵੀਂ ਪੌੜੀ ਹੈ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਪ ਜੀ ਨੂੰ ਸਰਵਣ ਕਰਵਾਉਣਗੇ। 3 ਦਿਨ ਉਹਨਾਂ ਦੀ ਸੇਵਾ ਹੈ ਸਾਡੇ ਪਾਸ। ਸਾਨੂੰ ਯਤਨ ਕਰਨਾ ਚਾਹੀਦਾ ਹੈ ਜਦੋਂ ਐਸੇ ਵਿਦਵਾਨ ਆਉਂਦੇ ਹਨ ਅਸੀਂ ਲਾਹਾ ਲਈਏ, ਕਿਉਂਕਿ ਅੱਜ ਮੇਰੀ ਕੌਮ ਦੇ ਵਿੱਚ
ਥੋੜ੍ਹੇ ਵਿਦਵਾਨ ਹਨ ਜਿਹੜੇ ਮੰਥਨ ਕਰਦੇ ਨੇ, ਨਹੀਂ ਤਾਂ ਘਰੋਂ ਮਿੱਥ ਬਣਾ ਕੇ ਆਈ ਜਾਂਦੀ ਹੈ ਕਿ ਅੱਜ ਕਿਸ ਨੂੰ ਭਲੇਥਣ ਲਾਉਣਾ ਹੈ, ਅੱਜ ਕਿਸ ਨੂੰ ਸਲੋਗਨ ਸੁਣਾਉਣੇ ਨੇ, ਅੱਜ ਕਿਸ ਦੀ ਰਗੜ ਪੱਟੀ ਬੰਨਣੀ ਹੈ। ਘਰੋਂ ਹੀ ਸਬਜੈਕਟ ਬਣਾ ਲਿਆ ਜਾਂਦਾ ਹੈ ਔਰ ਇਸੇ ਕਰਕੇ ਕਥਾ ਦਾ ਸਾਡੇ ਤੇ ਅਸਰ ਨਹੀਂ ਹੁੰਦਾ। ਇਹ ਤਾਂ ਠੀਕ ਹੈ ਕਿ ਉਸ ਰਸ ਵਾਲੀ ਆਡੀਅנס ਉਹਨੂੰ ਸੁਣਦੀ ਹੈ, ਦੂਜੇ ਰਸ ਵਾਲੀ ਆਡੀਅנס ਉਹਨੂੰ ਸੁਣਦੀ ਹੈ, ਪਰ ਉਹ ਵਕੀਲਾਂ ਵਾਲੀ ਗੱਲ ਹੁੰਦੀ ਹੈ। ਲੈਣ ਦੇਣ ਦੋਵਾਂ ਵਕੀਲਾਂ ਦਾ ਕਿਸੇ ਨਾਲ ਨਹੀਂ ਹੁੰਦਾ, ਭਾਵੇਂ ਕੋਈ ਬਰੀ ਹੋ ਜਾਏ, ਭਾਵੇਂ ਕੋਈ ਕੇਸ ਜਿੱਤ ਜਾਏ, ਭਾਵੇਂ ਕੋਈ ਹਾਰ ਜਾਏ। ਉਹ ਜਦੋਂ ਕੰਟੀਨ ਵਿੱਚ ਜਾ ਕੇ ਬੈਠਦੇ ਇੱਕ ਦੂਜੇ ਨੂੰ ਕਹਿੰਦੇ ਨੇ ਗੁੱਡ ਆਰਗੂਮੈਂਟ। ਇਹ ਮੇਰੀ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਗੁੱਡ ਆਰਗੂਮੈਂਟ ਤੱਕ ਚਲੇ ਗਏ। ਤੁਸੀਂ ਆਪਣੀਆਂ ਦਲੀਲਾਂ, ਮੈਂ ਆਪਣੀਆਂ ਦਲੀਲਾਂ। ਅੱਜ ਜ਼ਰੂਰਤ ਹੈ ਕਿ ਸਾਨੂੰ ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦੇ ਭਾਵ ਨੂੰ ਦ੍ਰਿੜ ਕਰਾਇਆ ਜਾਏ। ਸੋ ਥੋੜ੍ਹੇ ਵਿਦਵਾਨ ਨੇ ਮੇਰੀ ਕੌਮ ਦੇ ਵਿੱਚ, ਉਹਨਾਂ ਵਿੱਚ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ। ਮੈਨੂੰ ਆਪ 35 ਸਾਲ ਹੋ ਗਏ ਸੁਣਦਿਆਂ। ਆਪ ਜੀ ਨੂੰ ਸੱਚੇ ਪਾਤਸ਼ਾਹ ਜਾਤੀ ਬਖਸ਼ਣ, ਸਿਹਤ ਜਾਬੀ ਬਖਸ਼ਣ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਓ ਵਲੰਟੀਅਰ ਸੇਵਾ ਦੇ ਵਿੱਚ ਹਾਜ਼ਰ ਹੋਈਏ। ਹਫ਼ਤੇ ਵਿੱਚ ਇੱਕ ਦਿਨ ਘੱਟ ਤੋਂ ਘੱਟ ਆ ਕੇ ਜ਼ਰੂਰ ਸੇਵਾ ਕਰੋ। ਆਧਾਰ ਕਾਰਡ ਦੀ ਕਾਪੀ ਦੇ ਕੇ ਆਪ ਜੀ ਵਲੰਟੀਅਰ ਕਾਰਡ ਬਣਵਾ ਸਕਦੇ ਹੋ। ਜੋ 550 ਬੱਚੇ 550 ਸਾਲਾਂ 'ਤੇ ਅਡਾਪਟ ਕੀਤੇ ਨੇ, ਇਹ ਉਹ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ, ਜਾਂ ਮਾਤਾ ਪਿਤਾ ਇਤਨੇ ਗਰੀਬ ਨੇ ਕਿ ਉਹ ਬੱਚਿਆਂ ਦੀਆਂ ਫੀਸਾਂ, ਕਿਤਾਬਾਂ, ਵਰਦੀਆਂ ਚੰਗੇ ਸਕੂਲਾਂ ਵਿੱਚ ਪੜ੍ਹਾਉਣ ਵਾਸਤੇ ਨਹੀਂ ਲੈ ਕੇ ਦੇ ਸਕਦੇ। ਆਪਾਂ ਉਹਨਾਂ ਦੀ ਮਦਦ ਕਰੀਏ। ਅਗਲੇ ਸਮੇਂ ਲਈ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ, ਅਦਬ ਸਤਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿਠਾ ਸਭ ਦੁਖ ਜਾਏ। ਉਹਨਾਂ ਦੀ ਪਾਵਨ ਬਾਰਗਾਹ ਵਿੱਚ, ਦਰਬਾਰ ਵਿੱਚ ਹਾਜ਼ਰ ਹੋਏ ਹਾਂ।
ਅਕੀਦਤ ਦੇ ਫੁੱਲ ਸ਼ਰਧਾ ਭਾਵਨਾ ਪਾਤਸ਼ਾਹ ਦੇ ਚਰਨਾਂ ਵਿੱਚ ਆਪ ਨੇ ਰੱਖੀ ਹੈ। ਸਤਿਗੁਰੂ ਸਭ ਦੀਆਂ ਇੱਛਾਵਾਂ ਮਨੋਕਾਮਨਾਵਾਂ ਪੂਰੀਆਂ ਕਰੇ। ਮਿਹਰ ਭਰਿਆ ਹੱਥ ਤੁਹਾਡੇ ਸਿਰ 'ਤੇ ਰੱਖੇ। ਇਸੇ ਸਥਾਨ 'ਤੇ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲਦੀ ਹੀ ਰਹਿੰਦੀ ਹੈ। ਪਿੱਛੇ ਸਮਾਪਤੀ ਹੋਈ, ਫਿਰ ਆਰੰਭਤਾ ਹੋ ਗਈ। ਜਪਜੀ ਦੀਆਂ 14 ਪੌੜੀਆਂ ਦਾ ਵਿਚਾਰ ਪਿੱਛੇ ਹੋ ਚੁੱਕਾ। ਬਹੁਤ ਵੱਡੇ ਵੱਡੇ ਵਿਦਵਾਨ, ਬਲਕਿ ਇੱਥੇ ਤੱਕ ਨਾਨਕ ਆਖਣ ਸਭ ਕੋ ਆਖੈ, ਇੱਕ ਦੂੰ ਇੱਕ ਸਿਆਣਾ। ਇੱਕ ਨਾਲੋਂ ਦੂਜੇ ਨੇ ਸਮਝਦਾਰ ਬਣ ਕੇ ਵਿਆਖਿਆ ਕੀਤੀ, ਆਪ ਨੇ ਸਰਵਣ ਕੀਤੀ। ਪੌੜੀ ਦਾ ਮੂਲ ਪਾਠ ਸਿੱਖ ਪੰਥ ਦੇ ਮਹਾਨ ਵਿਦਵਾਨ, ਬੜੀ ਹਰਮਨ ਪਿਆਰੀ ਹਸਤੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਐਡਗੰਤੀ ਸਾਹਿਬ, ਉਹਨਾਂ ਨੇ ਆਪ ਨੂੰ ਸਰਵਣ ਕਰਵਾਇਆ। ਮੈਂ ਆਰੰਭਕ ਬੇਨਤੀ ਇੱਕ ਕਰਾਂ, ਇਸ ਵੱਲ ਖਾਸ ਧਿਆਨ ਦੇਣਾ। ਬਾਣੀ ਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 2 ਰੂਪ ਕਹੇ ਨੇ। ਇੱਕ ਤੇ ਹੈ ਵਰਨਾਤਮਕ, ਵਰਨ ਹੁੰਦੇ ਨੇ ਅੱਖਰ, ਭਾਵ ਅੱਖਰਾਂ ਦਾ ਨਿਯਮ ਕੀ ਹੈ, ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ, ਇਹ ਸੰਥਾ ਦਿੱਤੀ ਜਾਂਦੀ ਹੈ। ਦੂਸਰੀ ਸੰਥਾ ਕਦੀ ਦਿੱਤੀ ਜਾਂਦੀ ਸੀ, ਅੱਜ ਬੜੀ ਘੱਟ, ਭਾਵ ਆਤਮਕ। ਹੁਣ ਇਸ ਪੌੜੀ ਵਿੱਚ ਮਸਲਾ ਆ ਗਿਆ, ਮੰਨੈ, ਮੋਖ ਦਵਾਰ, ਨਾਮ ਨਰਿੰਜਨ। ਹੁਣ ਇਹਦੇ ਟੀਕਾਕਾਰਾਂ ਨੇ ਇੰਨੇ ਅਰਥ ਕਰ ਛੱਡੇ ਨੇ ਕਿ ਪੜ੍ਹਦਾ ਪੜ੍ਹਦਾ ਹੀ ਬੰਦਾ ਥੱਕ ਜਾਂਦਾ। ਸਟੀਕ ਕੋਈ ਇੱਕ ਨਹੀਂ, ਬਹੁਤ ਸਟੀਕ ਹੋ ਚੁੱਕੇ ਨੇ। ਮੰਨੇ ਦੇ ਬਾਰੇ ਅੱਗੇ ਤੋਂ ਅੱਗੇ ਮੋਖ ਦਵਾਰ ਕੀ ਹੈ ਔਰ ਨਾਮ ਨਰਿੰਜਨ ਕੀ ਹੈ। ਪਹਿਲੇ ਮੈਂ ਆਰੰਭ ਵਿੱਚ ਇੱਕ ਦੋ ਬੇਨਤੀਆਂ ਹੋਰ ਕਰ ਲਵਾਂ। ਤੁਸੀਂ ਮੰਨੇ ਦੀ ਅਵਸਥਾ ਵਿੱਚ ਜੋ ਹੈ ਨਾ, ਉਹਨਾਂ ਦੇ ਸ਼ਬਦ ਧਿਆਨ ਨਾਲ ਪਹਿਲੇ ਪੜ੍ਹੋ। ਮੰਨੇ ਦੀ ਅਵਸਥਾ ਹੈ, ਉੱਥੇ ਇਹ ਤੇ ਦੱਸਿਆ ਨਹੀਂ ਜਾਂਦਾ ਕਿ ਕੀ ਹੈ, ਉੱਥੇ ਦੱਸਿਆ ਜਾਂਦਾ ਕੀ ਨਹੀਂ। ਔਰ ਵਿਚਾਰ ਹੈ ਹੀ ਨਕਾਰਾਤਮਕ। ਵੇਖੋ, ਅਵਗੁਣਾਂ ਦਾ ਕੋਈ ਮਰਕਜ਼ ਨਹੀਂ, ਬਿਲਕੁਲ ਨਹੀਂ। ਗੁਣਾਂ ਦਾ ਮਰਕਜ਼ ਹੈ ਅਕਾਲ ਪੁਰਖ ਪਰਮਾਤਮਾ, ਗੁਣਾਂ ਦਾ ਮਰਕਜ਼ ਹੈ, ਅਵਗੁਣਾਂ ਦਾ ਕੋਈ ਨਹੀਂ। ਅੰਧੇਰੇ ਦਾ ਮਰਕਜ਼ ਕੋਈ ਨਹੀਂ, ਪ੍ਰਕਾਸ਼ ਦਾ ਹੈ, ਸੂਰਜ ਹੈ। ਵਿਚਾਰਾਂ ਜਿਹੜੀਆਂ ਕਰਾਂਗੇ ਹਨੇਰੇ ਦੀਆਂ ਹੀ ਉਹ ਹੋਣਗੀਆਂ। ਪ੍ਰਕਾਸ਼ ਦੀ ਵਿਆਖਿਆ ਕੀ ਕਰਾਂਗੇ, ਪਰਮਾਤਮਾ ਦੀ ਵਿਆਖਿਆ ਕੀ ਕਰਾਂਗੇ। ਪਿਤਾ ਕਾ ਜਨਮ ਕੇ ਜਾਣੈ ਪੋਤ, ਸਗਲ ਪਰੋਈ ਆਪਣੇ ਸੋਤ। ਉਹ ਅਕਾਲ ਪੁਰਖ ਉਸ ਵਿੱਚ ਲੀਨ ਹੋਏ ਜਿਹੜੇ ਮੰਨੇ ਦੀ ਅਵਸਥਾ ਵਿੱਚ ਨੇ। ਮੰਨੇ ਦੀ ਅਵਸਥਾ ਦਾ ਅਰਥ ਹੈ ਕਿ ਉਸ ਥਾਂ 'ਤੇ ਸ਼ੰਕਾ ਕੋਈ ਨਹੀਂ। ਉਸ ਥਾਂ 'ਤੇ ਮੰਨੇ ਦੀ ਅਵਸਥਾ ਵਿੱਚ ਸ਼ੰਕਾ ਕੋਈ ਨਹੀਂ। ਮੰਨੇ ਦੀ ਅਵਸਥਾ ਵਾਲਾ ਕਿੰਤੂ ਨਹੀਂ ਕਰਦਾ, ਮੰਨੇ ਦੀ ਅਵਸਥਾ ਵਾਲਾ ਨਾ ਨਹੀਂ ਕਰਦਾ, ਉੱਥੇ ਹਾਂ ਹੀ ਹਾਂ ਹੈ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਸਿੱਖਾਂ ਦੀ ਘਾੜਤ ਕਰ ਰਹੇ ਸਨ। ਕਰਤਾਰਪੁਰ ਖੇਤੀ ਨਿਰੇ ਨਹੀਂ ਕੀਤੀ, ਖੇਤਾਂ ਨੂੰ ਨਹੀਂ ਸਵਾਰਿਆ, ਸਿੱਖਾਂ ਨੂੰ ਵੀ ਸਵਾਰਿਆ। ਹੈਰਾਨ ਹੋ ਜਾਓਗੇ ਸੁਣ ਕੇ। ਮੰਨੇ ਦੀ ਅਵਸਥਾ ਵਿੱਚ ਕੇਵਲ ਇੱਕ ਨਿਕਲਿਆ, ਭਾਈ ਲਹਿਣਾ। ਜੇਕਰ ਭਾਈ ਬੁੱਢਾ ਜੀ, ਔਰ ਇਹ ਵੀ ਯਾਦ ਰੱਖਣਾ, ਇਤਿਹਾਸ ਪੜ੍ਹੋਗੇ
ਬਾਬਾ ਬੁੱਢਾ ਜੀ ਗੁਰੂ ਅੰਗਦ ਦੇਵ ਜੀ ਨਾਲੋਂ 2 ਸਾਲ ਛੋਟੇ ਸਨ। ਗੁਰੂ ਅੰਗਦ ਦੇਵ 2 ਸਾਲ ਉਹਨਾਂ ਨਾਲੋਂ ਵੱਡੇ ਨੇ। ਗੁਰੂ ਅੰਗਦ ਦੇਵ ਜੀ ਦਾ ਜਨਮ ਸਨ 1504 ਦਾ ਹੈ, ਉਹਨਾਂ ਦਾ 1506 ਦਾ ਹੈ। ਬਾਬਾ ਬੁੱਢਾ ਜੀ ਕਹਿੰਦੇ ਨੇ ਸਤਿਗੁਰੂ ਆਰਾਮ ਕਰ ਲਓ, ਅਜੇ ਅੱਧੀ ਰਾਤ ਹੈ। ਪਰ ਮੰਨੇ ਦੀ ਅਵਸਥਾ ਵਾਲਾ ਕਹਿੰਦਾ ਸਤਿਗੁਰੂ ਤੁਸੀਂ ਦਿਨ ਕਹਿੰਦੇ ਹੋ ਤੇ ਦਿਨ ਹੋ ਜਾਂਦਾ, ਰਾਤ ਕਹਿੰਦੇ ਹੋ ਤੇ ਰਾਤ ਹੋ ਜਾਂਦੀ ਹੈ। ਮੰਨੇ ਦੀ ਅਵਸਥਾ ਵਾਲਾ ਇਹ ਮੇਰਾ ਦੂਸਰੇ ਨਾਲ ਨਹੀਂ ਸੰਬੰਧ ਨਹੀਂ, ਉਸ ਦੇ ਅੰਦਰ ਮੰਨੇ ਹੈ। ਉਹ ਹੈ ਕਿ ਇਹ ਕਿਸ ਥਾਂ ਤੇ ਉਹ ਰਹਿੰਦੇ ਨੇ। ਮੈਂ ਤਰਤੀਬਵਾਰ ਕੋਈ ਸ਼ਬਦ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। ਭਗਤ ਰਵਿਦਾਸ ਜੀ ਮੰਨੇ ਦੀ ਅਵਸਥਾ ਵਿੱਚ ਨੇ। ਕਹਿੰਦੇ ਨੇ ਮੈਂ ਰਹਿੰਦਾ ਹਾਂ ਜਿੱਥੇ ਉਹ ਥਾਂ ਕੈਸੀ ਹੈ, ਬੇਗਮਪੁਰਾ ਸ਼ਹਿਰ ਕੋ ਨਾਮ। ਉੱਥੇ ਕੀ ਕੀ ਨਹੀਂ, ਮੈਂ ਸ਼ਬਦ ਪੜ੍ਹ ਕੇ ਹੈਰਾਨ ਹੋ ਗਿਆ। ਉਹ ਕਹਿ ਰਹੇ ਨੇ ਉੱਥੇ ਗਮ ਕੋਈ ਨਹੀਂ, ਉਹ ਸ਼ਹਿਰ ਵਿੱਚ ਗਮ ਕੋਈ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ। ਦੁੱਖਾਂ ਦਾ ਅੰਦੋ ਹੁੰਦਾ ਹੈ, ਪਰੇਸ਼ਾਨੀ ਘਬਰਾਹਟ ਦੁੱਖਾਂ ਦੋ ਨਹੀਂ ਤਾਂ ਠਾਓ ਨਾ ਤਸਵੇਸ। ਉੱਥੇ ਕੋਈ ਚਿੰਤਾ ਨਹੀਂ, ਕੋਈ ਘਬਰਾਹਟ ਨਹੀਂ, ਨਾ ਤਸਵੇਸ ਖਰਾਜ ਨਾ ਮਾਲ। ਉੱਥੇ ਟੈਕਸ ਕੋਈ ਨਹੀਂ, ਟੈਕਸ ਲੱਗਣ ਵਾਲਾ ਮਾਲ ਹੀ ਕੋਈ ਨਹੀਂ। ਨਾ ਤਸਵੇਸ ਖਰਾਜ ਨਾ ਮਾਲ। ਖੌਫ ਨਾ ਖਤਾ, ਉੱਥੇ ਡਰ ਕੋਈ ਨਹੀਂ। ਉੱਥੇ ਗੁਨਾਹ ਕੋਈ ਨਹੀਂ ਹੁੰਦੇ। ਖੌਫ ਨਾ ਖਤਾ ਨਾ ਤਰਸ ਜਵਾਲ। ਉੱਥੇ ਰਹਿਮ ਦੀ ਅਪੀਲ ਨਹੀਂ ਕਰਨੀ ਪੈਂਦੀ। ਉੱਥੇ ਤਰਸ ਵਾਲੀ ਗੱਲ ਕੋਈ ਨਹੀਂ, ਕਿਉਂਕਿ ਸਜ਼ਾ ਹੀ ਕੋਈ ਨਹੀਂ। ਖੌਫ ਨਾ ਖਤਾ ਨਾ ਤਰਸ ਜਵਾਲ। ਜਵਾਲ ਹੁੰਦਾ ਘਾਟਾ, ਉੱਥੇ ਘਾਟਾ ਕੋਈ ਨਹੀਂ। ਅਬ ਮੋਹ ਖੂਬ ਵਤਨਗਾ ਪਾਈ, ਵਹਾਂ ਖੈਰ ਸਦਾ ਮੇਰੇ ਭਾਈ। ਇੱਕ ਸ਼ਬਦ ਕਬੀਰ ਸਾਹਿਬ ਜੀ ਦਾ ਪੜ੍ਹੀਏ। ਉਹ ਕਹਿੰਦੇ ਨੇ ਉਹ ਅਵਸਥਾ ਐਸੀ ਹੈ ਮੰਨੇ ਦੇ, ਉੱਥੇ ਕੋਈ ਲੋਭ ਲਾਲਚ ਨਹੀਂ ਕਿ ਮੈਂ ਸਿਮਰਨ ਕਰਾਂਗਾ, ਬੰਦਗੀ ਕਰਾਂਗਾ ਤੇ ਮੈਂ ਦੇਵਲੋਕ ਨੂੰ ਜਾਵਾਂਗਾ, ਮੈਂ ਇੰਦਰਪੁਰੀ 'ਚ ਜਾਵਾਂਗਾ। ਪਰ ਇੰਦਰਪੁਰੀ ਬਾਰੇ ਕਹਿੰਦੇ ਨੇ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਰਥ ਬਤਾਲਾ। ਇੱਥੇ ਤੱਕ ਹੈ ਇੰਦਰ ਲੋਕ ਸ਼ਿਵ ਲੋਕਾ ਜੋ ਅਬਜੈਬੋ ਉੱਛੈ ਤਪ ਕਰ ਬਾਹਰ ਆਬੋ। ਇਹ ਤੇ ਤਪ ਜਿਹੜੇ ਨੇ ਮੁੱਕ ਗਏ ਤੇ ਬਾਹਰ ਆਉਣਾ ਪਵੇਗਾ। ਤੈ ਪਾਵਸ ਸਿੰਧ ਧੂਪ ਨੈ ਸ਼ਈਆ, ਤੈ ਉਤਪਤ ਪਰਲੋ ਨਾਹੀ। ਨਾ ਇੰਦਰਪੁਰੀ ਦਾ ਲੋਭ, ਤੈ ਪਾਵ ਸਿੰਧ ਨਾ ਵਿਸ਼ਨਪੁਰੀ ਦਾ ਲੋਭ। ਸ਼ਈਆ ਨਾ ਉੱਥੇ ਚੰਦਰ ਲੋਕ ਦਾ ਲੋਭ। ਤੈ ਪਾਵ ਸਿੰਧ ਧੂਪ ਨਾ ਸ਼ਈਆ, ਤੈ ਉਤਪਤ ਪਰਲੋ ਨਾ। ਨਾ ਬ੍ਰਹਮਪੁਰੀ ਤੇ ਨਾ ਸ਼ਿਵਪੁਰੀ, ਤੈ ਉਤਪਤ ਪਰਲੋ ਨਾਹੀ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦੋ ਤੈ ਨਾਹੀ। ਉੱਥੇ ਸੁਨ ਸਮਾਧੀ ਹੈ, ਉੱਥੇ ਦੁਈ ਭਾਵ ਨਹੀਂ। ਮੈਂ ਇਹ ਕਥਾ ਐਸੀ ਕਰਦਾ ਰਿਹਾ ਤੇ ਹੋ ਸਕਦਾ ਸਮਝ ਘਾਟਾ ਹੋਵੇ। ਇੱਕ ਪ੍ਰਮਾਣ ਉਹ ਦਿਆਂ ਜੋ ਰੋਜ਼ ਵਰਤਦਾ। ਤੁਹਾਨੂੰ ਹੁਣ ਕੋਈ ਪੁੱਛੇ ਕਿ ਜਿਸ ਘਰ ਵਿੱਚ ਬਹੁਤ ਸਾਖਤੇ ਉਹ ਸਫਾਈ ਹੈ, ਉੱਥੇ ਕੀ ਹੈ? ਸ਼ਾਇਦ ਕੋਈ ਚੀਜ਼ਾਂ ਗਿਣਨ ਲੱਗ ਪਵੇ। ਉੱਥੇ ਸ਼ੋ ਪੀਸ ਐਸੇ ਐਸੇ ਰੱਖੇ ਨੇ। ਮੈਂ ਕਹਿੰਦਾ ਸ਼ੋ ਪੀਸ ਕੂੜੇ 'ਚ ਰੱਖ ਦਿਓ। ਕੂੜਾ ਹੀ ਕੂੜਾ ਹੋਵੇ, ਮੈਲ ਹੀ ਮੈਲ ਜੰਮੀ ਹੋਵੇ ਤੇ ਕੀ ਆਖੋਗੇ ਘਰ ਦੀ ਬੜੀ ਸ਼ੋਭਾ? ਨਹੀਂ, ਕਹਿਣਾ ਪਵੇਗਾ ਉਸ ਘਰ ਵਿੱਚ ਸਫਾਈ ਹੈ ਜਿੱਥੇ ਗੰਦਗੀ ਕੋਈ ਨਹੀਂ, ਜਿਸ ਥਾਂ ਤੇ ਮੈਲ ਕੋਈ ਨਹੀਂ, ਜਿਸ ਥਾਂ ਤੇ ਕੂੜਾ ਕਚਰਾ ਕੋਈ ਨਹੀਂ। ਚੀਜ਼ਾਂ ਤੇ ਹੈ, ਹੁਣ ਚੀਜ਼ਾਂ ਤੇ ਹੋਣ ਤਰਤੀਬ ਹੀ ਕੋਈ ਨਾ ਹੋਵੇ, ਕੋਈ ਕਿਤੇ ਰੱਖੇ ਕੋਈ ਕਿਤੇ, ਤਰਤੀਬ ਨਾ ਹੋਵੇ, ਸੋਹਣਾ ਨਹੀਂ ਲੱਗੇਗਾ। ਉਸ ਥਾਂ ਤੇ ਬੇਤਰਤੀਬੀ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ ਮੰਨੇ ਦੀ ਅਵਸਥਾ ਵਿੱਚ ਦੂਈ ਕੋਈ ਨਹੀਂ। ਮੰਨੇ ਦੀ ਅਵਸਥਾ ਵਿੱਚ ਸ਼ੰਕਾ ਕੋਈ ਨਹੀਂ।
ਮੰਨੈ ਪਾਵਹਿ ਮੋਖ ਦੁਆਰ। ਆ ਇੱਕ ਮਸਲਾ ਹੋਰ ਅੱਗੇ ਆ ਗਿਆ। ਟੀਕਾਕਾਰਾਂ ਵੀ ਲੰਘ ਗਏ ਇੱਥੋਂ, ਉਹਨੂੰ ਮੁਕਤੀ ਦਾ ਦਰਵਾਜ਼ਾ ਉਹ ਪਾ ਲੈਂਦੇ ਨੇ। ਹੁਣ ਸਵਾਲ ਬੜਾ ਵੱਡਾ, ਦਰਵਾਜ਼ੇ ਦੇ ਅੰਦਰ ਘਰ ਹੈ ਤੇ ਘਰ ਵਿੱਚ ਘਰ ਵਾਲਾ ਬੈਠਾ। ਕਬੀਰ ਸਾਹਿਬ ਨੇ ਮਸਲਾ ਖੜਾ ਕਰ ਦਿੱਤਾ। ਉਹ ਕਹਿੰਦੇ ਨੇ ਪਹੁੰਚਦੇ ਕਾ ਦਰਵਾਜ਼ੇ ਅੱਗੇ ਪਹੁੰਚ ਗਏ, ਅੱਗੋਂ ਦਰਵਾਜ਼ਾ ਬੰਦ ਹੈ। ਹੁਣ ਖੋਲੇ ਜਾਂ ਨਾ ਖੋਲੇ ਉਸ ਦੀ ਮਰਜ਼ੀ ਹੈ। ਮੰਨੈ ਪਾਵਹਿ ਮੋਖ ਦੁਆਰ, ਮੋਖ ਦੁਆਰਾ ਪਾ ਲਿਆ, ਦਰਵਾਜ਼ੇ ਤੱਕ ਪਹੁੰਚ ਗਏ। ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੇ, ਜਿਉਂ ਜਾਣੋ ਤਿਉ ਕਰ ਗਤ ਮੇਰੀ। ਕਬੀਰ ਸਾਹਿਬ ਜੀ ਕਹਿੰਦੇ ਨੇ ਦਰ ਮਾਦੇ ਤੁਹਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੇ। ਦਰਸ਼ਨ ਦੀਜੈ ਖੋਲ ਕੇ ਵਾ। ਗੁਰੂ ਅੰਗਦ ਦੇਵ ਜੀ ਅੰਦਰ ਨੇ ਮਾਈ ਵਰਾਈ ਦੇ, ਹੁਣ ਦਰਵਾਜ਼ੇ ਵਿੱਚ ਤੇ ਪੁੱਜ ਗਏ। ਬਾਬਾ ਬੁੱਢਾ ਸਾਹਿਬ ਵੀ ਪੁੱਜ ਗਏ, ਸੰਗਤ ਵੀ ਪੁੱਜ ਗਈ, ਲੇਕਿਨ ਦਰਵਾਜ਼ਾ ਬੰਦ ਹੈ। ਉਹਨਾਂ ਨੇ ਅਰਦਾਸ ਕੀਤੀ, ਦਰਸ਼ਨ ਦੀਜੈ ਖੋਲ ਕੇ ਵਾਰ। ਸੰਗਤ ਪੁੱਜ ਗਈ, ਜਾ ਕੇ ਬਾਸਰ ਕੇ ਪਹੁੰਚੇ, ਲੇਕਿਨ ਲਿਖਿਆ ਦਰਵਾਜ਼ੇ ਗੁਰੂ ਦੇ ਅੰਦਰ ਹੈ। ਲਿਖਿਆ ਦਰਵਾਜ਼ੇ 'ਚ ਜਿਹੜਾ ਦਰਵਾਜ਼ਾ ਖੋਲੇ ਜਾਂ ਕੋ ਖੋਲਣ ਦਾ ਯਤਨ ਕਰੇ ਇਸ ਦਰਵਾਜ਼ੇ ਨੂੰ, ਉਹ ਮੇਰਾ ਸਿੱਖ ਨਹੀਂ। ਹੁਣ ਖੋਲਣ ਵਾਲਿਆਂ ਸਨ ਲਾ ਲਈ। ਮੰਨੈ ਪਾਵਹਿ ਮੋਖ ਦੁਆਰ, ਬੜਾ ਸੁੰਦਰ ਲਿਖਿਆ, ਬਹੁਤ ਕੁਛ ਲਿਖਿਆ ਪਿਆ ਇਸ ਮਸਲੇ ਤੇ ਕਿ ਇੱਕ ਮੁਰੀਦ ਬੜਾ ਚਿਰ ਭਟਕਦਾ ਰਿਹਾ ਤੇ ਆ ਕੇ ਮੁਰਸ਼ਦ ਦੇ ਦਰਵਾਜ਼ੇ ਤੇ ਦਸਤਕ ਦਿੱਤੇ। ਅੰਦਰੋਂ ਆਵਾਜ਼ ਆਈ, ਤੂੰ ਕੌਣ ਹੈ? ਤੇ ਕਹਿਣ ਲੱਗਾ ਜੀ ਮੈਂ ਹਾਂ। ਹੁਣ ਵੈਸੇ ਜਾਣਦਾ ਕੋਈ ਹੋਵੇ, ਅਸੀਂ ਆਪਣਾ ਨਾਂ ਨਹੀਂ ਲੈਂਦੇ, ਇਹੋ ਕਹਿੰਦੇ ਆ ਨਾ ਮੈਂ ਹਾਂ। ਜਿਹੜਾ ਜਾਣਦਾ ਉਹਦੇ ਲਈ ਕਹਿੰਦੇ ਆ ਮੈਂ ਹਾਂ। ਉਸਨੇ ਅੱਗੋਂ ਕਿਹਾ ਮੈਂ ਲਈ ਇੱਥੇ ਕੋਈ ਥਾਂ ਨਹੀਂ, ਇਹ ਦਰਵਾਜ਼ਾ ਨਹੀਂ ਖੁੱਲੇਗਾ। ਵਾਪਸ ਚਲਾ ਕੇ ਭਟਕਦਾ ਰਿਹਾ, ਮੁੱਦਤਾਂ ਤੱਕ ਭਟਕਦਾ ਰਿਹਾ ਤੇ ਫਿਰ ਆਇਆ। ਆ ਕੇ ਫਿਰ ਇਸ ਨੇ ਦਰਵਾਜ਼ਾ ਖੜਕਾਇਆ। ਆਵਾਜ਼ ਅੰਦਰੋਂ ਹੀ, ਤੂੰ ਕੌਣ ਹੈ? ਕਹਿਣ ਲੱਗਾ ਤੂੰ ਹੀ ਹੈ। ਦਰਵਾਜ਼ਾ ਖੁੱਲ ਗਿਆ। ਕਹਿਣ ਲੱਗੇ ਹਾਂ ਹੁਣ ਦਰਵਾਜ਼ਾ ਖੁੱਲ ਜਾਏਗਾ। ਅਸੀਂ ਇਹ ਦਸਤਕ ਤੇ ਦਿੰਦੇ ਹਾਂ, ਪਰ ਜਦੋਂ ਕਹਿ ਦਿੰਦੇ ਹਾਂ ਮੈਂ ਜਪਜੀ ਦੇ ਇੰਨੇ ਪਾਠ ਕੀਤੇ, ਮੈਂ ਸੁਖਮਨੀ ਸਾਹਿਬ ਦੇ ਇੰਨੇ ਪਾਠ ਕੀਤੇ, ਮੈਂ ਇੰਨਾ ਦਾਨ ਕੀਤਾ, ਮੈਂ ਇੰਨੀ ਸੇਵਾ ਕੀਤੀ, ਦਰਵਾਜ਼ਾ ਨਹੀਂ ਖੁੱਲ੍ਹਦਾ। ਮੈਂ ਵਾਸਤੇ ਥਾਂ ਨਹੀਂ। ਹਰ ਜਿਉ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵਾਂ। ਰੱਬ ਦੇ ਘਰ ਵਿੱਚ ਹੰਕਾਰ ਲੈ ਕੇ ਨਹੀਂ ਜਾ ਸਕਦੇ। ਹੰਕਾਰ ਵਾਲੇ ਨੂੰ ਉੱਥੇ ਕੋਈ ਥਾਂ ਨਹੀਂ। ਦਰਵਾਜ਼ਾ ਤੇ ਮਿਲ ਗਿਆ, ਪਰ ਅੰਦਰ ਹੁਣ ਕਿਵੇਂ ਜਾਓ? ਉਸ ਦੇ ਤਖਤ ਤੇ ਬੈਠਣਾ ਹੈ, ਕਿਵੇਂ ਬੈਠੋ? ਤਖਤ ਬਹਿ ਤਖਤੇ ਕੀ ਲਾਇਕ, ਤਖਤੇ ਦੀ ਲਾਇਕ ਬਣਾਉਣਾ ਹੈ। ਗੁਰੂ ਨੇ ਪੰਜ ਸਮਾਏ ਗੁਰਮਤਿ ਪਾਇਕ, ਪਾਇਕ ਹੁੰਦਾ ਸੇਵਾਦਾਰ। ਪੰਜ ਜਿਸ ਦੇ ਕਾਮ ਕ੍ਰੋਧ ਸਮਾ ਗਏ ਮਰ ਗਏ। ਪੰਜ ਸਮਾਏ ਗੁਰਮਤਿ ਪਾਇਕ, ਗੁਰੂ ਦੀ ਮੱਤ ਨਾਲ ਉਸਦੇ ਸੇਵਾਦਾਰ ਬਣ ਗਏ। ਦਰਵਾਜ਼ਾ ਉਹਨਾਂ ਵਾਸਤੇ ਖੁੱਲ੍ਹਦਾ ਹੈ। ਬੜਾ ਸੁੰਦਰ ਫਰਮਾਇਆ ਕਿ ਦਰਵਾਜ਼ਾ ਖੋਲ ਦਿੱਤਾ, ਖੋਲ ਦਵਾਰੇ ਮਹਿਲ ਬੁਲਾਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ। ਇਹ ਮਹਿਲ ਘਰ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਲਈ ਦਰਵਾਜ਼ੇ ਖੁੱਲ੍ਹ ਗਏ। ਮੰਨੈ ਪਾਵਹਿ ਮੋਖ ਦੁਆਰ। ਗੁਰੂ ਨੇ ਉਹ ਕਈ ਸਿੱਖਾਂ ਨੂੰ ਆਖਿਆ ਸੀ ਮੇਰਾ ਘਰ ਤੇਰਾ ਘਰ, ਕਿਸੇ ਵੇਲੇ ਵੀ ਆ। ਪਰ ਕੁਛ ਐਸੇ ਨੇ ਜਿਨ੍ਹਾਂ ਲਈ ਦਰਵਾਜ਼ਾ ਬੰਦ ਵੀ ਕੀਤਾ। ਭਾਈ ਦਿਆਲ ਦਾਸ ਲੰਗਰ ਲੈ ਕੇ ਗੁਰੂ ਸਾਹਿਬ ਜੀ ਦੇ ਮਗਰ ਮਗਰ ਫਿਰਦਾ ਰਿਹਾ, ਲੰਗਰ ਨਹੀਂ ਛਕਿਆ।
ਕਹਿਣ ਲੱਗੇ ਤੂੰ ਅੰਮ੍ਰਿਤ ਛਕ ਲੈ ਤੇ ਮੈਂ ਤੇਰਾ ਲੰਗਰ ਛਕ ਲਾਂਗਾ। ਇਹ ਭਾਈ ਭਗਤੂ ਦੀ ਕੁਲ ਵਿੱਚੋਂ ਸੀ। ਤੂੰ ਅੰਮ੍ਰਿਤ ਇਸ਼ਨਾਨ ਕਰ, ਅੰਮ੍ਰਿਤ ਛਕ ਤੇ ਅਸੀਂ ਤੇਰਾ। ਉਹ ਆਖੇ ਜੀ ਅੰਮ੍ਰਿਤ ਫਿਰ ਜਦੋਂ ਮਨ ਬਣੇਗਾ ਛਕ ਲਵਾਂਗਾ, ਤੁਸੀਂ ਲੰਗਰ ਤੇ ਛਕ ਲਓ। ਕਹਿਣ ਲੱਗੇ ਨਹੀਂ, ਲੰਗਰ ਤਾਂ ਛਕਾਂਗੇ, ਤੂੰ ਅੰਮ੍ਰਿਤ ਪਾਨ ਕਰੇਂਗਾ। ਅਸੀਂ ਆਉਂਦੇ ਹਾਂ, ਸਤਿਗੁਰੂ ਦਾ ਦਰਵਾਜ਼ਾ ਮਿਲ ਗਿਆ। ਮਤ ਸਮਝਣਾ ਕਿਸੇ ਲੱਕੜੀ ਦੇ ਦਰਵਾਜ਼ੇ ਤੋਂ ਲੰਘ ਗਏ ਤੇ ਮੋਖ ਦੁਆਰ ਦੇ ਤੇ ਜਾ ਕੇ ਪਹੁੰਚ ਗਏ। ਮੁਕਤੀ ਦਾ ਦਰਵਾਜ਼ਾ, ਮੋਖ ਦਾ ਦਰਵਾਜ਼ਾ ਜਿਹੜਾ ਹੈ ਉਹ ਕੀ ਹੈ? ਜਿੱਥੇ ਬੰਧਨ ਕੋਈ ਨਹੀਂ, ਜਿਸ ਥਾਂ ਤੇ ਕੋਈ ਅਵਗਣ ਨਹੀਂ ਰਹਿ ਜਾਂਦਾ। ਸਤਿਗੁਰ ਸਿੱਖ ਕੈ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਮੰਨੇ ਦੀ ਅਵਸਥਾ ਵਿੱਚ ਜਿਹੜੇ ਨੇ, ਸ਼ੰਕਾ ਕੋਈ ਨਹੀਂ ਰਹਿ ਗਿਆ, ਸ਼ੱਕ ਕੋਈ ਨਹੀਂ ਰਹਿ ਗਿਆ, ਭਾਂਡਾ ਸਿੱਧਾ ਹੋ ਗਿਆ। ਜਿਨ੍ਹਾਂ ਦੇ ਭਾਂਡੇ ਉਲਟੇ ਨੇ, ਸ਼ੱਕ ਹੈ। ਇੱਥੇ ਕੁਛ ਬੇਨਤੀਆਂ ਹੋਰ ਕਰਾਂ। ਕ੍ਰਿਸ਼ਨ ਜੀ ਨੇ ਗੀਤਾ ਦਾ ਗਿਆਨ ਦਿੱਤਾ। ਸਾਡੇ ਦੇਸ਼ ਵਿੱਚ ਪੜ੍ਹੀ ਨਹੀਂ ਜਾਂਦੀ, ਗੀਤਾ ਪੂਜੀ ਜਾਂਦੀ ਹੈ ਕਿ ਮਹਾਨ ਗ੍ਰੰਥ ਹੈ। ਇਹ ਉਚਾਰਨ ਕਿੱਥੇ ਹੋਇਆ? ਕਹਿੰਦੇ ਆ ਜੀ ਬੜੀ ਸ਼ਾਂਤੀ ਵਾਲਾ ਗ੍ਰੰਥ ਹੈ, ਪਰ ਜੰਗ ਦੇ ਮੈਦਾਨ ਵਿੱਚ ਉਚਾਰਨ ਹੋਇਆ। ਅਰਜਨ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਜੋ ਕਿਹਾ, ਸ਼ੰਕੇ ਜਿੰਨੇ ਮੇਰੇ ਸਨ ਉੱਤਰ ਦੇ ਦਿੱਤਾ, ਪਰ ਐਸਾ ਤੇ ਨਾ ਹੋਵੇਗਾ ਤੁਸੀਂ ਜ਼ਰਾ ਪਾਸੇ ਹੋਵੋ ਤੇ ਸ਼ੰਕੇ ਫੇਰ ਆ ਜਾਣ। ਉਹਨਾਂ ਗੱਲ ਬੜੀ ਸੋਹਣੀ ਕਹੀ, ਕਹਿਣ ਲੱਗੇ ਆ ਜਾਣਗੇ, ਇਹ ਪੱਕੀ ਗੱਲ ਹੈ। ਅੱਠੇ ਪਹਿਰ ਜੇ ਤੁਸੀਂ ਕੋਲ ਰਹੋ ਤੇ ਗੁਰੂ ਵੀ ਗੁਰੂ ਵਾਂਗੂ ਨਹੀਂ ਜਾਪਦਾ, ਉਹ ਆਮ ਬੰਦਿਆਂ ਵਾਂਗੂ ਜਾਪੇਗਾ। ਉਹਦੇ ਵਿੱਚੋਂ ਵੀ ਕਈਆਂ ਬੰਦਿਆਂ ਨੂੰ ਇੰਝ ਜਾਪਿਆ, ਇਹ ਤੇ ਸਾਡੇ ਵਾਲੀਆਂ ਗਲਤੀਆਂ ਕਰ ਰਹੇ ਨੇ, ਇਹ ਤੇ ਸਾਡੇ ਵਿੱਚ ਤੇ ਇਹਨਾਂ 'ਚ ਫਰਕ ਨਹੀਂ। ਭਾਈ ਨੰਦ ਲਾਲ ਕਹਿੰਦੇ ਨੇ ਬਹੁਤ ਫਰਕ ਹੈ, ਸਾਡੇ ਵਿੱਚ ਤੇ ਇਹਨਾਂ ਵਿੱਚ ਫਰਕ ਹੈ। ਬਾਹਰੋਂ ਗੁਰੂ ਸਾਡੇ ਵਰਗਾ, ਅੰਦਰੋਂ ਗੁਰੂ ਪਰਮਾਤਮਾ ਵਰਗਾ। ਕਹਿੰਦੇ ਨੇ ਤੇਰੇ ਅੰਦਰ ਕਿਹੜੀ ਕਿਹੜੀ ਘਾਟ ਹੈ ਤੂੰ ਕਦੀ ਵੇਖੀ ਹੈ? ਖੁਦ ਪਰਸਤੇ ਖਸਲ ਤੇ ਨਾ ਪਾ ਕੇ ਧੋ। ਆ ਜਿਹੜੀ ਹੰਕਾਰ ਦੀ ਗੱਲ ਕਰਨੀ ਹੈ ਤੇਰੀ ਮਾੜੀ ਖੋ, ਇਹ ਬੜੀ ਬੁਰੀ ਆਦਤ ਹੈ। ਹਰ ਵੇਲੇ ਮੈਂ ਕਰਦਾ ਰਹਿਣਾ, ਹੰਕਾਰ ਦੀ ਗੱਲ। ਕਹਿੰਦੇ ਨੇ ਖੁਦ ਪਰਸਤੇ ਖਸਲ ਤੇ ਨਾ ਪਾ ਕੇ ਧੋ, ਇਹ ਮਾੜੀ ਖਸਲਤ ਹੈ। ਜਾਂ ਗੁਜ਼ਰ ਕਰਦਾ ਬਮੁਸ਼ਤੇ ਖਾ ਕੇ ਉਹ, ਤੇਰੇ 'ਚ ਜਾਨ ਪਾ ਦਿੱਤੀ ਖਾਕ ਦੀ ਮੁੱਠ ਤੋਂ। ਤੇਰਾ ਅਸਲਾ ਕੀ ਹੈ? ਕਵਣ ਮੂਲ ਤੇ ਮਾਨਕ ਕਰਿਆ, ਇਹ ਪ੍ਰਤਾਪ ਤੁਹਾਰਾ। ਇਸ ਪਾਣੀ ਤੇ ਜਿਨ ਤੂੰ ਘਰਿਆ, ਇਹ ਪਾਣੀ ਤੋਂ ਤੈਨੂੰ ਘੜਿਆ, ਪਾਣੀ ਤੋਂ ਤੇਰੀ ਕਾਢਤ ਹੈ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਓਰਾ ਕਰਿਆ। ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਮ ਮੈਂ ਜਿਨ ਤੂੰ ਰਾਖਿਆ। ਰਾਖਣ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਸ਼ੰਕੇ ਤੇ ਸ਼ੰਕਾ, ਇੱਕ ਸ਼ੰਕੇ ਬਾਅਦ ਦੂਸਰਾ ਸ਼ੰਕਾ। ਕ੍ਰਿਸ਼ਨ ਜੀ ਨੇ ਸੱਚ ਕਿਹਾ ਸੀ, ਕਹਿਣ ਲੱਗੇ ਅਰਜਨ ਤੂੰ ਇੰਝ ਕਰ, ਜਿਸ ਭਾਂਡੇ ਵਿੱਚੋਂ ਸ਼ੰਕੇ ਨਿਕਲਦੇ ਪਏ ਨੇ, ਇਹ ਭਾਂਡਾ ਹੀ ਮੇਰੇ ਅੱਗੇ ਰੱਖ ਦੇ, ਸਮਰਪਣ ਕਰ ਦੇ। ਅਸੀਂ ਵੀ ਇੰਝ ਹੀ ਕਰੀਏ। ਮਨ ਭਾਂਡੇ ਵਿੱਚੋਂ ਨਿਕਲਦੇ ਨੇ ਸ਼ੰਕੇ, ਇਹ ਮਨ ਭਾਂਡਾ ਹੀ ਗੁਰੂ ਦੇ ਅੱਗੇ ਰੱਖ ਕੇ ਮੱਥਾ ਟੇਕ ਦਈਏ ਕਿ ਲੈ ਸਤਿਗੁਰੂ ਬੜੀ ਸੁੰਦਰ ਵਿਚਾਰ ਹੈ, ਬੜਾ ਕੁਝ, ਕਿਉਂਕਿ ਅੱਜ ਤੱਕ ਖੋਜਿਆ ਗਿਆ ਇਹ ਸ਼ੰਕੇ ਆਉਂਦੇ ਰਹੇ। ਮੁਰਸ਼ਿਦਾਂ ਨੂੰ ਪੁੱਛਿਆ ਗਿਆ। ਜਨਕ ਰਾਜਾ ਕਹਿਣ ਲੱਗਾ ਮੈਂ ਗੁਰੂ ਉਸ ਨੂੰ ਬਣਾਵਾਂਗਾ ਜਿਹੜਾ ਮੈਨੂੰ ਘੋੜੇ ਤੇ ਚੜ੍ਹਦਿਆਂ ਤੱਕ ਗਿਆਨ ਦੇ ਦੇਵੇ। ਮੈਂ ਘੋੜੇ ਤੇ ਚੜ੍ਹਾਂ, ਰਕਾਬ ਤੇ ਪੈਰ ਰੱਖਾਂ। ਹੁਣ ਵੇਖੋ ਬੰਦਾ ਉਹ ਆਇਆ, ਸਰੀਰ ਵਿੰਗਾ ਟੇਢਾ, ਕੋਈ ਵੀ ਅੰਗ ਉਹਦਾ ਸਿੱਧਾ ਨਹੀਂ, 8 ਵੱਲ ਪੈਂਦੇ ਸਨ। ਹੁਣ ਉਹ 8 ਵੱਲ ਲੱਤਾਂ ਨੂੰ ਹੋਣਗੇ, ਬਾਹਾਂ ਨੂੰ ਹੋਣਗੇ, ਉਹ ਤੁਰਦਾ ਕਿਵੇਂ ਹੋਵੇਗਾ? ਪਰ ਮਨ ਬਿਲਕੁਲ ਸਿੱਧਾ। ਉਸ ਵੇਲੇ
ਜਨਕਪੁਰੇ ਵਿੱਚ ਉਸ ਨਾਲੋਂ ਕਰੂਪ ਬੰਦਾ ਲੱਭਣਾ ਮੁਸ਼ਕਲ ਸੀ। ਪਰ ਉਸ ਵੇਲੇ ਜਨਕਪੁਰੇ ਵਿੱਚ ਉਸ ਨਾਲੋਂ ਮਹਾਨ ਗਿਆਨੀ ਲੱਭਣਾ ਵੀ ਮੁਸ਼ਕਲ ਸੀ। ਕਈ ਵਾਰੀ ਐਸਾ ਹੁੰਦਾ, ਸੁੰਦਰ ਸਰੂਪ ਹੁੰਦਾ, ਰੂਪ ਬੜਾ ਸੋਹਣਾ ਹੁੰਦਾ, ਪਰ ਮਨ ਜਿਹੜਾ ਉਹ ਬੜਾ ਕਰੂਪ ਹੁੰਦਾ। ਮੈਨੂੰ ਇੱਕ ਗੱਲ ਹੋਰ ਯਾਦ ਆ ਗਈ। ਐਥੇਨਸ ਵਿੱਚ ਸਭ ਤੋਂ ਸੁੰਦਰ ਔਰਤ ਜਿਹੜੀ ਸੀ ਸੁਕਰਾਤ ਦੇ ਘਰ ਦੀ ਸੀ, ਪਰ ਸਭ ਤੋਂ ਮੂਰਖ ਜ਼ਿਆਦਾ ਔਰਤ ਉਹ ਵੀ ਸੁਕਰਾਤ ਦੇ ਘਰ ਦੀ ਸੀ। ਸ਼ਾਇਦ ਇਹਦਾ ਨਾਂ ਤੁਸੀਂ ਸੁਣਿਆ ਹੋਵੇ। ਇਸ ਦਾ ਨਾਂ ਸੀ ਜਨਥਿਤੇ। ਸੁਕਰਾਤ ਦੀ ਪਤਨੀ ਦਾ। ਤੇ ਇਹਨੇ ਕੀਤਾ ਕਿ ਇੱਕ ਦਿਨ ਉਹ ਪੜ੍ਹਦਾ ਸੋਚਦਾ ਪਿਆ ਸੀ ਤੇ ਪਰਾਤ ਧੋ ਕੇ ਨਾ ਆਟੇ ਵਾਲੀ ਤੇ ਧੋਣ ਉਹਦੇ ਸਿਰ 'ਚ ਪਾ ਦਿੱਤਾ। ਤੇ ਉਹ ਹੱਸ ਕੇ ਕਹਿਣ ਲੱਗਾ, ਵਾਹ, ਸੁਣਿਆ ਸੀ ਜੋ ਗਰਜਤੇ हैं वो बरसते नहीं। ਅੱਜ ਤੇ ਗਰਜਨ ਵਾਲੇ ਬਰਸਨ ਵੀ ਲੱਗ ਪਏ। ਚੇਲਿਆਂ ਨੇ ਕਿਹਾ, ਮਹਾਰਾਜ ਇਹਨੂੰ ਛੱਡ ਦਿਓ। ਕਹਿਣ ਲੱਗੇ, ਕਿਉਂ, ਤੁਸੀਂ ਮੈਨੂੰ ਛੱਡ ਸਕਦੇ ਹੋ? ਕਹਿਣ ਲੱਗੇ, ਜੀ ਨਹੀਂ। ਕਹਿਣ ਲੱਗੇ, ਮੇਰੀ ਗੁਰੂ ਹੈ, ਮੈਂ ਆਪਣੀ ਸ਼ਾਂਤੀ ਇਸ ਤੇ ਪਰਖਣਾ। ਇਹ ਅੱਜ ਤੱਕ ਸਫਲ ਨਹੀਂ ਹੋਈ। ਇਹ ਚਾਹੁੰਦੀ ਹੈ ਮੈਨੂੰ ਗੁੱਸਾ ਚੜਾਏ ਤੇ ਮੈਨੂੰ ਚੜਿਆ ਨਹੀਂ, ਜੇ ਚੜ ਜਾਏ ਤੇ ਮੈਂ ਫੇਲ ਹਾਂ। ਹੁਣ ਅਸ਼ਟਾਵਕਰ ਬੜਾ ਕਰੂਪ ਪਰ ਆ ਗਏ। ਆ ਕੇ ਕਹਿਣ ਲੱਗਾ, ਰਾਜਨ ਤੇਰਾ ਗੁਰੂ ਆ ਗਿਆ, ਚੜ ਘੋੜੇ ਤੇ। ਘੋੜੇ ਤੇ ਚੜਨ ਲੱਗਾ। ਕਹਿਣ ਲੱਗਾ, ਘੋੜੇ ਤੇ ਚੜਦਿਆਂ ਕੀ ਗਿਆਨ ਦੇਵੇਗਾ? ਜਦੋਂ ਚੜਨ ਨਹੀਂ ਲੱਗਾ, ਕਹਿਣ ਲੱਗਾ, ਸੁਣ, ਗੁਰੂ ਕੋਲੋਂ ਗਿਆਨ ਮੰਗਣਾ ਘੋੜੇ ਤੇ ਚੜਨ ਦਾ, ਇੰਨੀ ਦੇਰ ਵਿੱਚ ਗਿਆਨ ਦਿਓ ਤੇ ਕੁਝ ਦਛਨਾ, ਕੋਈ ਭੇਟਾ ਵੀ ਤੇ ਰੱਖ। ਪਹਿਲੇ ਭੇਟਾ। ਕਹਿਣ ਲੱਗਾ, ਜੀ ਜੋ ਮੰਗੋ ਮੈਂ ਦੇ ਦਿਆਂ, ਹੀਰੇ ਦੇ ਦਿਆਂ। ਕਹਿਣ ਲੱਗੇ, ਨਹੀਂ, ਉਹ ਪੱਥਰ ਮੇਰੇ ਕਿਸੇ ਕੰਮ ਨਹੀਂ। ਭੇਟਾ ਉਹ ਦੇ ਜੋ ਤੇਰੀ ਆਪਣੀ ਹੈ। ਕਹਿੰਦਿਆਂ ਕਰਦਿਆਂ ਮੈਂ ਹੋਰ ਧਨ ਦੇ ਦੇਣਾ। ਕਹਿਣ ਲੱਗੇ, ਨਾਲ ਲੈ ਕੇ ਨਹੀਂ ਆਇਆ। ਕਹਿਣ ਲੱਗਾ, ਨਾਲ ਲੈ ਕੇ ਤੇ ਸਰੀਰ ਹੀ ਆਇਆ। ਕਹਿਣ ਲੱਗੇ, ਵੀ ਤੂੰ ਨਹੀਂ ਬਣਾਇਆ। ਅਖੀਰ ਕਰਦਾ 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 ਕਹਿਣ ਲੱਗਾ, ਮਨ ਭੇਟਾ ਕਰ ਦੇਣਾ। ਕਹਿਣ ਲੱਗੇ, ਖੇਡ ਬਣ ਗਈ। ਮਨ ਭੇਟਾ ਹੋਇਆ? ਕਹਿਣ ਲੱਗੇ, ਹੋਇਆ। ਕਹਿਣ ਲੱਗੇ, ਫਿਰ ਮੇਰਾ ਹੋ ਗਿਆ ਜਿਹੜਾ ਮਨ। ਮੇਰਾ ਮਨ ਚਾਹੁੰਦਾ ਹੈ ਘੋੜੇ ਤੇ ਨਾ ਚੜਾਂ। ਕਹਿਣ ਲੱਗਾ, ਫਸ ਗਏ। ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਇਹ ਵਿਊ ਚੱਕਰ 'ਚ ਤੁਸੀਂ ਫਸਾਓਗੇ। ਇਹ ਤੇ ਮਨ ਹੀ ਤੁਹਾਡਾ ਹੋ ਗਿਆ ਤੇ ਮੈਂ ਕਰ ਹੀ ਕੁਛ ਨਹੀਂ ਸਕਦਾ। ਗੁਰੂ ਨੇ ਇਹੋ ਹੀ ਕਿਹਾ ਸੀ, ਗੁਰਸਿੱਖਾ, ਅੱਖਾਂ ਤੇਰੀਆਂ ਹੋਣਗੀਆਂ ਵੇਖਾਂਗਾ ਮੈਂ, ਹੱਥ ਤੇਰੇ ਹੋਣਗੇ ਕਰਮ ਮੇਰੇ ਹੋਣਗੇ। ਇਹ ਮਨ ਤੇਰਾ ਹੋਵੇਗਾ, ਸੋਚ ਮੇਰੀ ਹੋਵੇਗੀ। ਇਹ ਭੇਟਾ ਕਰ। ਮੰਨੇ ਦੀ ਅਵਸਥਾ ਉਮੀਦ ਹੈ ਕਿ ਕੁਛ ਨਾ ਕੁਛ ਸਮਝ ਸਾਡੇ ਆ ਗਈ ਹੋਵੇਗੀ। ਮੰਨੇ ਦੀ ਅਵਸਥਾ ਉਸ ਦੀ ਹੈ ਜਿਹਨੇ ਪੂਰਨ ਤੌਰ ਤੇ ਮਨ ਗੁਰੂ ਦੇ ਭੇਟਾ ਕਰ ਦਿੱਤਾ। ਜੇ ਕੁਛ ਬਚਾ ਕੇ ਰੱਖਿਆ ਅਸੀਂ, ਬਾਕੀ ਜਿਹੜਾ ਹੈ ਉਹ ਤੇ ਭੇਟਾ ਕਰ ਦਿੰਦੇ ਹਾਂ, ਮਨ ਬਚਾ ਲੈਂਦੇ ਹਾਂ। ਤੇ ਦੁਨੀਆ ਭਰ ਦੇ ਜਿਹੜੇ ਗੁਨਾਹ ਨੇ ਉਹਨਾਂ ਦੀ ਜੜ ਹੈ ਮਨ। ਇੱਥੇ ਕਿਹਾ ਤੂੰ ਨੋਟ ਤੇ ਰੱਖ ਦੇਣਾ, ਮਨ ਬਚਾ ਲੈਣਾ। ਸੋਨਾ ਵੀ ਭੇਟਾ ਕਰ ਦੇਣਾ, ਜੀ ਸ਼ੱਬਾ ਮੇਰੇ ਵੱਲੋਂ ਝਾੜ ਦਿਓ, ਦੀਵਾਰਾਂ ਨੂੰ ਵੀ ਲਾ ਦਿਓ। ਮਨ ਭੇਟਾ ਕੀਤਾ ਕਿ ਨਹੀਂ ਕੀਤਾ? ਤੂੰ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇੱਥੇ ਮਨ ਭੇਟਾ ਕਰਨਾ। ਮੰਨਿਆ ਜਿਸ ਨੇ ਮਨ ਭੇਟਾ ਕੀਤਾ, ਮੁਕਤੀ ਦਾ ਦਰਵਾਜ਼ਾ ਉਸ ਨੂੰ ਲੱਭ ਗਿਆ। ਹੁਣ ਦਰਵਾਜ਼ਾ ਤੇ ਲੱਭ ਗਿਆ। ਦਰਵਾਜ਼ੇ ਵਾਲੇ ਅੱਗੇ ਹੁਣ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਦਰਸ਼ਨ ਦੀਜੈ ਖੋਲ ਕੇ ਵਾਰ, ਦਰਵਾਜ਼ਾ ਖੋਲੋ। ਕਹਿੰਦੇ ਨੇ ਉਹਨਾਂ ਲਈ ਦਰਵਾਜ਼ਾ ਖੁੱਲ ਗਿਆ। ਉਹਨਾਂ ਨੂੰ ਕਿਹਾ, ਆ ਜਾਓ, ਤੁਹਾਡਾ ਸਵਾਗਤ ਹੈ। ਤੁਸੀਂ ਮਨ ਭੇਟਾ ਕੀਤਾ, ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਮੰਨੇ ਦੀ ਅਵਸਥਾ ਵਾਲੇ ਦੇ ਅੰਦਰ ਗੁਰੂ ਦੀ ਜੋਤ ਜਗਦੀ ਹੈ ਔਰ ਗੁਰੂ ਦਾ ਪ੍ਰਕਾਸ਼ ਹੁੰਦਾ। ਉੱਥੇ ਅੰਧਕਾਰ ਨਹੀਂ।
ਕਹਿੰਦੇ ਨੇ ਪ੍ਰਭ ਕਿਰਪਾ ਤੇ ਸੰਤ ਪਾਏ ਬਾਰ ਬਾਰ ਨਾਨਕਿਓ ਬੇਰੇ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੇ। ਪ੍ਰਭ ਕਿਰਪਾ ਤੇ ਸੰਤ ਪਾਏ, ਗੁਰੂ ਦੀ ਕਿਰਪਾ ਨਾਲ ਹੀ ਗੁਰੂ ਮਿਲਦਾ, ਜੀਵਨ ਵਿੱਚ ਪ੍ਰਕਾਸ਼ ਹੋ ਜਾਂਦਾ। ਅੰਧਕਾਰ ਕਹਿੰਦੇ ਨੇ ਮੁੱਕ ਜਾਂਦਾ। ਅੰਧਕਾਰ ਜੀਵਨ ਵਿੱਚ ਰਹਿ ਗਿਆ, ਰਾਜਾ ਬਣ ਜਾਏ ਤੇ ਰਾਜਾ ਵੀ ਰੋਂਦਾ ਰਹੇਗਾ, ਕੰਗਾਲ ਵੀ ਰੋਏਗਾ। ਅੰਧਕਾਰ ਸੁਖ ਕਬਹੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਇੱਥੇ ਕਹੇ ਮੰਨੈ ਪਾਵੈ ਮੋਖ ਦਵਾਰ। ਗੁਰੂ ਦੀ ਭੇਟਾ ਜਿਸ ਨੇ ਮਨ ਕਰ ਦਿੱਤਾ। ਹੁਣ ਇਹ ਸੰਬੰਧ ਦੀ ਗੱਲ ਨਹੀਂ ਕਿ ਇਸ ਪ੍ਰਤੀ ਮੈਂ ਇਹਦਾ ਹੁਕਮ ਮੰਨਾਂਗਾ, ਨਹੀਂ। ਇਹ ਮਨ ਦੀ ਅਵਸਥਾ ਐਸੀ ਬਣ ਗਈ ਹੈ ਜਿਵੇਂ ਦੀਵੇ ਦੀ ਅਵਸਥਾ ਹੈ ਪ੍ਰਕਾਸ਼ ਦੇਣਾ, ਫੁੱਲ ਦੀ ਅਵਸਥਾ ਹੈ ਸੁਗੰਧੀ ਦੇਣੀ, ਭਾਵੇਂ ਕੋਈ ਵੀ ਆ ਜਾਵੇ। ਸੁਭਾਅ ਉਸ ਦਾ ਮੰਨੇ ਸੁਭਾਅ ਬਣ ਗਿਆ। ਮੰਨੈ ਪਾਵੈ ਮੋਖ ਦਵਾਰ। ਉਹ ਮੁਕਤੀ ਦਾ ਦੁਆਰ ਪ੍ਰਾਪਤ ਕਰ ਲੈਂਦੇ ਨੇ। ਮੰਨੈ ਪਰਵਾਰ ਸਾਦਾ। ਇਹ ਬਚਨ ਵੀ ਬਹੁਤ ਧਿਆਨ ਦੇਣ ਯੋਗ ਹੈ, ਕਿਉਂਕਿ ਕਈ ਸੱਜਣ ਐਸੇ ਸਨ ਮੋਖ ਦੁਆਰਾ ਆਪ ਨੂੰ ਤੇ ਮਿਲ ਗਿਆ ਤੇ ਪਰਿਵਾਰ ਛੱਡ ਕੇ ਵੱਖਰੇ ਹੋ ਕੇ ਬਹਿ ਗਏ। ਇੱਥੇ ਮੈਂ ਉਚੇਚੇ ਤੌਰ ਤੇ ਚਾਹਾਂਗਾ ਤਵੱਜੋ ਔਰ ਬਿਲਕੁਲ ਇਕਾਗਰ ਹੋ ਕੇ ਇਹ ਬਚਨ ਸੁਣਨਾ, ਤਾਂ ਪਕੜ ਵਿੱਚ ਆਏਗਾ। ਯੋਗੀਆਂ ਕੋਲ ਸਤਿਗੁਰੂ ਗਏ ਤੇ ਉਹਨਾਂ ਨੇ ਕਿਹਾ ਤੁਸੀਂ ਪਤਨੀਆਂ ਕਿਉਂ ਛੱਡੀਆਂ? ਕਹਿਣ ਲੱਗੇ ਜੀ ਵੇਖ ਕੇ ਰੱਬ ਭੁੱਲਦਾ। ਲੱਗੇ ਘਰ ਕਿਉਂ ਛੱਡਿਆ? ਕਹਿਣ ਲੱਗੇ ਵੇਖ ਕੇ ਰੱਬ ਭੁੱਲਦਾ। ਸਮਾਨ ਜਿੰਨਾ ਸੀ ਉਹ ਕਿਉਂ ਛੱਡਿਆ? ਵੇਖ ਕੇ ਰੱਬ ਭੁੱਲਦਾ। ਬੱਚੇ ਕਿਉਂ ਛੱਡੇ? ਕਹਿਣ ਲੱਗੇ ਵੇਖ ਕੇ ਰੱਬ ਭੁੱਲਦਾ। ਸਾਹਿਬ ਕਹਿਣ ਲੱਗੇ ਗੱਲ ਸਮਾਨ ਛੱਡਣ ਦੀ ਨਹੀਂ, ਜੇ ਤੇ ਗੱਲ ਹੈ ਰੱਬ ਭੁੱਲਣ ਦੀ। ਐਸੀ ਜੁਗਤੀ ਮੇਰੇ ਕੋਲ ਹੈ ਕਿ ਰਵੋਗੇ ਸੰਸਾਰ ਵਿੱਚ ਤੇ ਰੱਬ ਵੀ ਨਹੀਂ ਭੁੱਲੇਗਾ, ਪਰਮਾਤਮਾ ਵੀ ਨਹੀਂ ਭੁੱਲੇਗਾ। ਉਹ ਕਹਿਣ ਲੱਗੇ ਉਹ ਕਿਹੜੀ ਜੁਗਤੀ? ਕਹਿਣ ਲੱਗੇ ਉਹ ਜੁਗਤੀ ਇਹ ਹੈ ਕਿ ਸੰਸਾਰ ਉਸੇ ਦਾ ਬਣਾਇਆ ਹੋਇਆ। ਸੰਸਾਰ ਉਸ ਦੀ ਦਾਤ ਹੈ। ਤੁਹਾਡੇ ਘਰ ਵਿੱਚ ਜੋ ਹੈ ਦਾਤ ਹੈ। ਦਾਤ ਨੂੰ ਵੇਖੋ, ਉਹਦੇ ਵਿੱਚੋਂ ਦਾਤਾਰ ਦੇ ਦਰਸ਼ਨ ਹੋਣ। ਨਾ ਪੁੱਤਰ ਛੱਡਣ ਦੀ ਲੋੜ, ਨਾ ਪਤਨੀ ਤਿਆਗਣ ਦੀ ਲੋੜ, ਨਾ ਘਰ ਛੱਡਣ ਦੀ ਲੋੜ। ਗਾਵੇ ਕੋ ਦਾਤ ਜਾਣੈ ਨਿਸ਼ਾਨ। ਦਾਤ ਵੇਖੇ ਤੇ ਉਸ ਦੀ ਨਿਸ਼ਾਨੀ ਸਮਝੇ। ਕਹਿੰਦੇ ਨੇ ਮੰਨੇ ਪਾਵੈ ਮੋਖ ਦਵਾਰ। ਮੁਕਤੀ ਦਾ ਦਰਵਾਜ਼ਾ ਲੱਭ ਗਿਆ। ਇਹ ਤੇ ਨਵਾਂ ਬੰਧਨ ਪੈ ਗਿਆ ਕਿ ਮੈਂ ਘਰ ਛੱਡ ਦਿੱਤਾ। ਇੱਕ ਸੱਜਣ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਇਹ ਲਾਹੌਰ ਵਿੱਚ ਪਹਿਲੇ ਪ੍ਰੋਫੈਸਰ ਸੀ, ਛੱਡ ਕੇ ਸਾਧੂ ਬਣ ਗਿਆ। ਇਹਦਾ ਨਾਂ ਸੀ ਸਵਾਮੀ ਰਾਮ ਤੀਰਥ। ਫਿਰਦਾ ਰਿਹਾ, ਜਾਪਾਨ ਵੀ ਗਿਆ, ਅਮਰੀਕਾ ਵੀ ਗਿਆ। ਆਖਰ ਇਹ ਆਇਆ ਬਨਾਰਸ। ਵੀ ਲੋਕਾਂ ਬਾਹਰ ਧੰਨ ਧੰਨ ਹੋ ਗਏ ਤੇ ਇੱਥੇ ਤੇ ਵਾਹ ਵਾਹ ਹੋਵੇਗੀ। ਇਹ ਬੋਲਣ ਲੱਗਾ, ਪਰ ਬਨਾਰਸ ਦਾ ਇੱਕ ਪੰਡਤ ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ ਸੰਸਕ੍ਰਿਤ ਆਉਂਦੀ ਹੈ? ਕਹਿਣ ਲੱਗਾ ਸੰਸਕ੍ਰਿਤ ਤੇ ਨਹੀਂ ਆਉਂਦੀ। ਤੇ ਕਹਿਣ ਲੱਗਾ ਬ੍ਰਹਮ ਗਿਆਨ ਕਿਵੇਂ ਹੋਵੇਗਾ? ਸੰਸਕ੍ਰਿਤ ਬਿਨਾਂ ਹੁੰਦਾ ਹੀ ਨਹੀਂ। ਬਹਿ ਜਾ, ਤੇਰਾ ਭਾਸ਼ਣ ਅਸੀਂ ਨਹੀਂ ਸੁਣਨਾ। ਹਰਿਦੁਆਰ ਆ ਗਏ। ਪਤਨੀ ਆ ਗਈ ਮਿਲਣ ਵਾਸਤੇ। ਹੁਣ ਪਤਨੀ ਨੇ ਤੇ ਸਮਝਿਆ ਕਿ ਅਜੇ ਤੱਕ ਵੀ ਉਹ ਮੇਰਾ ਪਤੀ ਹੈ। ਸਰਦਾਰ ਪੂਰਨ ਸਿੰਘ ਹੋਰੀ ਕੋਲ ਸਨ, ਪ੍ਰੋਫੈਸਰ ਪੂਰਨ ਸਿੰਘ। ਉਹ ਇਸ ਤੋਂ ਬੜੇ ਪ੍ਰਭਾਵਿਤ ਸਨ। ਜਦੋਂ ਵੇਖਿਆ ਤੇ ਪੂਰਨ ਸਿੰਘ ਨੂੰ ਕਹਿਣ ਲੱਗੇ ਪੂਰਨ ਸਿੰਘ ਉਹ ਆ ਗਈ ਹੈ ਤੇ ਕੁਛ ਕਰ। ਕਹਿਣ ਲੱਗਾ ਜੀ ਕੌਣ ਆ ਗਈ ਹੈ? ਕਿਸ ਤੋਂ ਡਰਦੇ ਪਏ ਹੋ? ਕਹਿਣ ਲੱਗੇ ਜਦੋਂ ਦੱਸਿਆ ਤੇ ਕਹਿਣ ਲੱਗੇ ਬਾਕੀ ਬੀਬੀਆਂ ਆਉਂਦੀਆਂ ਨੇ ਸੈਂਕੜੇ, ਤੇ ਇਹ ਕਿ ਆ ਗਈ। ਇਹਨੇ ਕੀ ਗੁਨਾਹ ਕੀਤਾ ਤੁਹਾਡੇ ਨਾਲ ਸ਼ਾਦੀ ਕਰਵਾ ਕੇ?
ਤੁਸੀਂ ਜੇ ਅਜੇ ਡਰਦੇ ਹੋ ਨਾ ਤੇ ਅਜੇ ਤੱਕ ਤੁਹਾਡੇ ਮਨ ਵਿੱਚ ਗ੍ਰਸਤ ਬੈਠਾ ਹੋਇਆ। ਤੁਸੀਂ ਪਤਨੀ ਨੂੰ ਛੱਡਿਆ ਨਹੀਂ, ਤੁਸੀਂ ਵਿਖਾਵਾ ਕੀਤਾ। ਗੱਲ ਮਨ ਨੂੰ ਲੱਗੀ, ਕਹਿਣ ਲੱਗਾ ਗੁਰੂ ਨਾਨਕ ਦੇਵ ਦਾ ਧਰਮ ਵੱਡਾ ਮਹਾਨ ਹੈ ਧਰਮ। ਉਸੇ ਵੇਲੇ ਉਹ ਕੱਪੜੇ ਲਾ ਕੇ ਸੁੱਟ ਦਿੱਤੇ। ਇਸਨੇ ਗ੍ਰਸਤੀਆਂ ਵਾਲੇ ਕੱਪੜੇ ਪਾ ਲਏ। ਗੁਰੂ ਸਾਹਿਬ ਜੀ ਨੇ ਕਿਹਾ ਸੰਸਾਰ ਦਾ ਸਾਖਿਆਤਕਾਰ ਕਰੋ। ਬੜਾ ਸੁੰਦਰ ਇੱਕ ਬਚਨ ਹੈ, ਮੈਂ ਆਪ ਨੂੰ ਸੁਣਾ ਦਿਆਂ। ਫਰੀਦਾ ਖਾਲਕ ਖਲਕ ਮੈਂ। ਹੇ ਫਰੀਦ, ਉਹ ਖਾਲਕ ਪ੍ਰਮਾਤਮਾ ਖਲਕਤ ਵਿੱਚ ਵਸਦਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਤੇ ਖਲਕਤ ਰੱਬ ਵਿੱਚ ਵਸਦੀ ਹੈ। ਸੰਸਾਰ ਤੇ ਕਰਤਾਰ ਦੋ ਨਹੀਂ, ਇੱਕ ਨਹੀਂ। ਹਰ ਥਾਂ ਤੇ ਉਹ ਸਰਵ ਵਿਆਪਕ ਹੈ। ਉਸ ਦੀ ਜੇ ਰਚਨਾ ਹੈ ਤੇ ਕਹਿੰਦੇ ਨੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ। ਮੋਖ ਦੁਆਰ ਉਸ ਨੂੰ ਮਿਲਿਆ, ਕੋਈ ਵੀ ਆ ਜਾਏ, ਵੱਡੇ ਤੋਂ ਵੱਡਾ ਪਾਪੀ ਵੀ ਆ ਜਾਏ, ਜਿਸ ਪਾਪੀ ਕੋ ਮਿਲੇ ਨਾ ਢੋਈ। ਸ਼ਰਨ ਆਵੇ ਤਾਂ ਨਿਰਮਲ ਹੋਈ। ਵਿਵੇਕਾਨੰਦ ਨੇ ਜਾਣਾ ਸੀ ਬਾਹਰ ਤੇ ਜੈਪੁਰ ਦੇ ਰਾਜੇ ਨੇ ਇਹਦੇ ਸਨਮਾਨ ਵਜੋਂ ਇੱਕ ਸਮਾਗਮ ਰੱਖਿਆ। ਗਾਉਣ ਵਾਲੀ ਵੇਸ਼ਵਾ ਸੱਦ ਲਈ। ਇਹਨੇ ਕਿਹਾ ਮੈਂ ਨਹੀਂ ਵੇਸ਼ਵਾ ਦਾ ਗਾਣਾ ਸੁਣਦਾ। ਉਹਨੇ ਇੱਕ ਗੀਤ ਗਾਇਆ, ਕਹਿਣ ਲੱਗੀ ਕਸਾਈ ਦਾ ਛੁਰਾ ਵੀ ਹੋਵੇ, ਪਾਰਸ ਨੂੰ ਲਾ ਦਿੱਤਾ ਜਾਏ ਤੇ ਸੋਨਾ ਬਣ ਜਾਂਦਾ। ਤੇ ਜਿਹੜਾ ਛੁਰਾ ਡਰਦਾ ਪਿਆ ਹੈ ਨਾ, ਉਹ ਅਜੇ ਤੱਕ ਉਸਨੇ ਪਾਰਸ ਨੂੰ ਸਮਝਿਆ ਨਹੀਂ। ਜੇ ਤੇਰੇ ਵਿੱਚ ਸਾਧੂਪਣਾ ਤੇ ਤੂੰ ਆ, ਤੇਰੇ ਦਰਸ਼ਨ ਕਰਕੇ ਮੈਂ ਵੀ ਸਾਧੂ ਬਣਾ, ਮੈਂ ਤੇਰੇ ਦੀਦਾਰ ਕਰਾਂ। ਤੈਨੂੰ ਡਰ ਕਾਹਦਾ? ਜਿੱਥੇ ਡਰ ਹੈ ਸਮਝ ਲੈਣਾ ਬੰਧਨ। ਮੰਨੈ ਪਾਵੈ ਮੋਖ ਦੁਆਰ। ਮੁਕਤੀ ਦਾ ਦਰਵਾਜ਼ਾ, ਕੋਈ ਡਰ ਨਹੀਂ, ਕੋਈ ਵੈਰ ਨਹੀਂ, ਕੋਈ ਭੈ ਨਹੀਂ। ਕੋਈ ਵੀ ਆਵੇ, ਰੱਬ ਦਾ ਪਿਆਰਾ ਧੰਨ ਗੁਰੂ ਨਾਨਕ ਦੇਵ ਡਰੇ ਨੇ ਕਿ ਇਹ ਬੰਦਾ ਬੰਦੇ ਖਾਂਦਾ। ਸਾਧੂ ਤੇ ਮੈਂ ਵੇਖਿਆ ਮੁਰਗੇ ਖਾਣ ਵਾਲੇ ਕੋਲ ਵੀ ਨਹੀਂ ਬੈਠਦੇ। ਉਹ ਕਹਿੰਦੇ ਨੇ ਇਹ ਤੇ ਮਾਸ ਖਾਂਦਾ, ਮੈਂ ਨਹੀਂ ਇਹਦੇ ਕੋਲ ਬੈਠਣਾ। ਉਹ ਬੰਦੇ ਖਾਣ ਵਾਲੇ ਦੇ ਕੋਲ ਜਾ ਕੇ ਬੈਠ ਗਏ। ਉਹ ਸੱਜਣ ਠੱਗ ਦੇ ਕੋਲ ਜਾ ਕੇ ਬੈਠ ਗਏ। ਕਿਉਂ? ਮੁਖ ਦੁਆਰ। ਉਹਨਾਂ ਨੂੰ ਕੋਈ ਬੰਧਨ ਨਹੀਂ ਕਿਸੇ ਕਿਸਮ ਦਾ, ਨਾ ਗੁਰੂ ਨਾਨਕ ਨੂੰ ਬੰਧਨ ਤੇ ਨਾ ਗੁਰੂ ਨਾਨਕ ਦੇਵ ਦੇ ਸਿੱਖ ਨੂੰ ਬੰਧਨ। ਉਹ ਜਿੱਥੇ ਜਾਏਗਾ ਆਪਣਾ ਰੰਗ ਚਾੜ ਕੇ ਆਏਗਾ, ਸਵਾਰ ਕੇ ਆਏਗਾ। ਉਸਨੂੰ ਭਾਉ ਨਹੀਂ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਇੱਥੇ ਕਿਹਾ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਹੈ ਸਾਦਾ। ਜਿਹੜੀ ਟੇਕ ਆਪ ਲਈ ਹੈ ਉਹ ਟੇਕ ਪਰਿਵਾਰ ਨੂੰ ਆਸਰਾ ਉਹੀ ਦਿੰਦਾ ਕਿ ਮੈਂ ਰੱਬ ਦੀ ਟੇਕ ਲਈ ਹੈ, ਤੁਸੀਂ ਵੀ ਰੱਬ ਦੀ ਟੇਕ ਲਓ। ਇਹ ਜੈਨੀਆਂ ਦਾ ਸ਼ਾਇਦ ਇਤਿਹਾਸ ਪੜ੍ਹਿਆ ਹੋਵੇ। ਨੇਮੀਨਾਥ ਸਾਧੂ ਬਣਨ ਲੱਗਾ। ਬੜੀ ਸਵਾਦਲੀ ਕਥਾ ਕਿ ਇਹਨੂੰ ਬੁਖਾਰ ਚੜਿਆ ਤੇ ਰਾਣੀਆਂ ਘੁੱਟਣ ਲੱਗੀਆਂ, ਦੱਬਣ ਲੱਗੀਆਂ ਤੇ ਕਹਿਣ ਲੱਗਾ ਆ ਤੁਹਾਡੀਆਂ ਚੂੜੀਆਂ ਛਣਕਦੀਆਂ ਨੇ, ਮੈਂ ਪਰੇਸ਼ਾਨ ਆ। ਉਹਨੇ ਸਾਰੀਆਂ ਲਾਹਤੀਆਂ ਤੇ ਇੱਕ ਇੱਕ, ਹੁਣ ਕੱਲੀ ਚੂੜੀ ਨਹੀਂ ਛਣਕਦੀ, ਆਵਾਜ਼ ਨਹੀਂ ਆਉਂਦੀ, ਇੱਕ ਇੱਕ ਰਹਿਣ ਦਿੱਤੇ। ਕਹਿਣ ਲੱਗਾ ਜਿੱਥੇ ਇੱਕ ਹੈ ਉੱਥੇ ਸ਼ਾਂਤੀ ਹੈ, ਜਿੱਥੇ ਇੱਕ ਹੈ ਉੱਥੇ ਕੋਈ ਰੌਲਾ ਨਹੀਂ, ਮੈਂ ਤੇ ਇੱਕ ਨਾਲ ਹੀ ਜੁੜਾਂਗਾ। ਛੱਡ ਕੇ ਤੁਰਿਆ ਤੇ ਪਤਨੀ ਨੇ ਕਿਹਾ ਮੈਂ ਕੀ ਵਿਗਾੜਿਆ, ਚਲੋ ਬਣੋ ਸਾਧੂ, ਮੈਂ ਤੁਹਾਡੀ ਸੇਵਾ ਕਰਾਂਗੀ। ਉਹ ਵੀ ਨਾਲ ਤੁਰ ਪਈ। ਗੁਰੂ ਸਾਹਿਬ ਕਹਿੰਦੇ ਨੇ ਭਲਿਆ ਲੋਕਾ, ਜੇ ਤੈਨੂੰ ਕੋਈ ਰਸ ਆਇਆ ਪਰਿਵਾਰ ਨੂੰ ਕਿਉਂ ਨਹੀਂ ਦਿੰਦਾ? ਜੇਕਰ ਤੈਨੂੰ ਕੋਈ ਆਨੰਦ ਆਇਆ ਤੇ ਪਰਿਵਾਰ ਵਾਂਝਾ ਕਿਉਂ ਰਹੇ? ਕਈ ਸੱਜਣ ਵੱਖਰੇ ਜਿਹੇ ਹੋ ਕੇ ਬੈਠ ਜਾਣਗੇ, ਬਸ ਜੀ ਮੈਂ ਹੀ ਜਪ ਕਰਨਾ, ਮੈਂ ਹੀ ਸਿਮਰਨ ਕਰਨਾ, ਪਰਿਵਾਰ ਦਾ ਕੁਛ ਲੈਣਾ ਦੇਣਾ ਨਹੀਂ। ਸਤਿਗੁਰੂ ਕਹਿੰਦੇ ਨੇ ਨਹੀਂ, ਜੇ ਆਪ ਬੈਠਾ ਤੇ ਪਰਿਵਾਰ ਨੂੰ ਵੀ ਨਾਲ ਬਿਠਾ ਲੈ। ਮੰਨੈ ਪਰਿਵਾਰ ਹੈ ਸਾਧਾਰ। ਧਰ ਹੁੰਦੀ ਹੈ ਟੇਕ, ਪਰਿਵਾਰ ਨੂੰ ਵੀ ਟੇਕ ਦੇ। ਰਲ ਕੇ ਨਿਤਨੇਮ ਕਰ ਲਈਏ ਤੇ ਕੀ ਬੁਰਾ ਹੋ ਗਿਆ? ਰਹਿ ਰਸ ਤੋਂ ਇਕੱਲੇ ਵੀ ਪੜ੍ਹਨੀ ਹੈ ਤੇ ਜੇ ਪਰਿਵਾਰ ਵੀ ਨਾਲ ਬੈਠ ਗਿਆ,
ਨਿਤਨੇਮ ਇਕੱਲੇ ਨੇ ਕਰਨਾ, ਤੇ ਜੇ ਪਤਨੀ ਬੈਠ ਗਈ ਕੀ ਬੁਰਾ ਹੋ ਗਿਆ? ਨਹੀਂ, ਆਪ ਨੂੰ ਵੀ ਟੇਕ ਰੱਬ ਦੀ, ਪਰਿਵਾਰ ਨੂੰ ਵੀ ਟੇਕ ਰੱਬ ਦੇ। ਮੰਨੈ ਤਰੈ ਤਾਰੈ ਗੁਰਸਿੱਖ। ਗੁਰੂ ਆਪ ਤਰਿਆ ਕਿਸ ਕਰਕੇ? ਮੰਨਣ ਕਰਕੇ। ਗੁਰੂ ਦੀ ਟੇਕ ਵੀ ਉਹ ਹੈ, ਆਪ ਤੇ ਤਰਦਾ ਤੇ ਗੁਰਸਿੱਖਾਂ ਨੂੰ ਵੀ ਤਾਰਦਾ। ਇੱਥੇ ਇੱਕ ਭੁਲੇਖਾ ਪੈਂਦਾ। ਕਈ ਸੱਜਣ ਇਸ ਗੱਲ ਨੂੰ ਲੈ ਕੇ ਬਹਿਸ ਵਿੱਚ ਵੀ ਪੈ ਜਾਂਦੇ ਨੇ ਕਿ ਗੁਰੂ ਦੇ ਵਾਸਤੇ ਕਿਉਂ ਆਖਿਆ ਜਾਂਦਾ ਜੀ ਗੁਰੂ ਪਹਿਲੇ ਤਰਦਾ? ਗੁਰੂ ਤੇ ਪਹਿਲੇ ਹੀ ਤਰਿਆ। ਮੈਂ ਕਹਿੰਦਾ ਪਹਿਲੇ ਹੀ ਤਰਿਆ, ਪਰ ਕੋਈ ਤੇ ਵੇਲਾ ਸੀ ਨਾ ਜਦੋਂ ਤਰਿਆ। ਆਖਰ ਤੁਸੀਂ ਜੇ ਇਹ ਵੇਖੋ, ਭਾਈ ਲਹਿਣਾ ਪਹਿਲੇ ਲਹਿਣਾ ਸੀ ਤੇ ਗੁਰੂ ਕੋਲ ਆ ਕੇ ਤਰਿਆ। ਪਹਿਲੇ ਸਿੱਖ ਫਿਰ ਗੁਰੂ। ਗੁਰੂ ਅਮਰਦਾਸ ਪਹਿਲੇ ਸੇਵਕ ਸਨ, ਮੋਢੇ ਤੇ ਗਾਗਰ ਚੁੱਕੇ ਤੇ ਫਿਰ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਕਿਸ ਗੱਲ ਨਾਲ ਤਰਿਆ? ਮੰਨੇ ਨਾਲ। ਗੁਰੂ ਅੰਗਦ ਦੇਵ ਕਿਸ ਨਾਲ ਤਰੇ? ਮੰਨੇ ਨਾਲ। ਗੁਰੂ ਰਾਮਦਾਸ ਕਿਸ ਨਾਲ ਤਰੇ? ਮੰਨੇ ਨਾਲ। ਤੇ ਇਹਦੇ ਨੇ ਮੰਨੇ ਤਰਾ। ਮੰਨ ਕੇ ਗੁਰੂ ਆਪ ਤਰਦਾ ਤੇ ਸਿੱਖਾਂ ਨੂੰ ਤਾਰਦਾ, ਅਨੇਕਾਂ ਸਿੱਖਾਂ ਨੂੰ ਤਾਰਦਾ। ਮੰਨੇ ਨਾਨਕ ਭਵੇਂ ਨਾ ਭੇਖ। ਮੰਨੇ ਦੀ ਅਵਸਥਾ ਆ ਜਾਏ, ਉਹ ਇੰਨਾ ਗਿਆਨੀ ਹੋ ਜਾਂਦਾ ਕਿ ਉਸ ਨੂੰ ਦਰ ਦਰ ਤੇ ਭਿੱਖਿਆ ਨਹੀਂ ਮੰਗਣੀ ਪੈਂਦੀ। ਭਿੱਖਿਆ ਕੀ ਹੈ? ਸ਼ੰਕਾ ਕੋਈ ਆ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ। ਵਾਕਿਆ ਹੈ ਤੁਹਾਡੇ ਗੁਰੂ ਨੇ ਤੁਹਾਨੂੰ ਕਿਸੇ ਦੇ ਕੋਲ ਜਾਣ ਦੀ ਗੁੰਜਾਇਸ਼ ਨਹੀਂ ਛੱਡੀ। ਧਿਆਨ ਨਾਲ ਪੁੱਛੋਗੇ ਨਾ ਗ੍ਰੰਥੀ ਸਿੰਘ ਨੂੰ, ਕਿਸੇ ਵੀ ਗ੍ਰੰਥੀ ਸਿੰਘ ਨੂੰ ਪੁੱਛੋ, ਇੱਥੇ ਵੀ ਆ ਕੇ ਪੁੱਛੋ, ਤੁਹਾਡੇ ਹਰ ਸ਼ੰਕੇ ਦਾ ਉੱਤਰ ਜਿਹੜਾ ਮਿਲੇਗਾ। ਉਹਨੂੰ ਦਰ ਦਰ ਜਾ ਕੇ ਕਿਸੇ ਹੋਰ ਕੋਲੋਂ ਨਹੀਂ ਪੁੱਛਣ ਦੀ ਲੋੜ ਕਿ ਸ਼ੰਕਾ ਪੈ ਗਿਆ ਤੇ ਮੈਂ ਕਿਸੇ ਮੁੱਲਾਂ ਕੋਲ ਜਾ ਕੇ ਤਵੀਜ਼ ਲਿਖਾਵਾਂ। ਸ਼ੰਕਾ ਪੈ ਗਿਆ ਮੈਂ ਕਿਸੇ ਹੋਰ ਕੋਲ ਜਾਵਾਂ। ਦਰ ਦਰ ਭਿੱਖਿਆ ਮੰਗਣ ਦੀ ਲੋੜ ਨਹੀਂ, ਇੱਕ ਦਰ ਤੇ ਹੀ ਬਿਠਾ ਦਿੱਤਾ। ਹਾਂ, ਇਹ ਗੱਲ ਜ਼ਰੂਰ ਹੈ, ਸੰਤੋਖ ਨਾਲ ਬੈਠਣਾ ਪੈਂਦਾ, ਧੀਰਜ ਨਾਲ ਬੈਠਣਾ ਪੈਂਦਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਬੜਾ ਸੁੰਦਰ ਕਿਹਾ, ਆਵਤ ਹੈ ਜਾਂਕੈ ਦੁਆਰਾ ਮੰਗਣ ਭਿਖਾਰੀ ਦੇਨ, ਦੇਖ ਤੇ ਅਧੀਨਤਾ ਨਰਾਸੋ ਨਾ ਬਡਾਰ ਹੈ। ਇੱਕ ਇੱਕ ਬਚਨ ਧਿਆਨ ਦੇਣ ਯੋਗ ਹੈ। ਇੱਕ ਭਿਖਾਰੀ ਨੇ ਅਲਖ ਜਗਾਈ, ਵੇਖਿਆ ਘਰ ਦੇ ਬਾਹਰ ਨਹੀਂ ਆਏ, ਉਹ ਛੱਡ ਕੇ ਅਗਲੇ ਦੁਆਰੇ। ਉੱਥੇ ਅਲਖ ਜਗਾਈ, ਉਹ ਵੀ ਨਹੀਂ ਆਏ ਤੇ ਅਗਲੇ ਦੁਆਰੇ। ਪਰ ਇੱਕ ਜਿਹੜਾ ਸੀ ਉੱਥੇ ਹੀ ਬਹਿ ਗਿਆ। ਕਦੀ ਤੇ ਦਰਵਾਜ਼ਾ ਖੋਲਣਗੇ ਨਾ, ਇਹ ਬੰਦ ਹੀ ਨਹੀਂ ਰੱਖਣਾ, ਇਹਨਾਂ ਵੀ ਤੇ ਆਪ ਨਿਕਲਣਾ, ਕੰਮ ਤੇ ਜਾਣਾ। ਦਰਵਾਜ਼ਾ ਕਦੀ ਖੋਲਣਗੇ, ਜਦੋਂ ਖੋਲਣਗੇ ਉਸ ਵੇਲੇ ਮੈਂ ਬੇਨਤੀ ਕਰਾਂਗਾ ਮੈਨੂੰ ਜ਼ਰੂਰ ਮਿਲ ਜਾਏਗਾ। ਆਵਤ ਹੈ ਜਾਂਕੇ ਦੁਆਰੇ ਮੰਗਣ ਭਿਖਾਰੀ ਦੇਨ, ਦੇਖਤ ਅਧੀਨਤਾ ਨਰਾਸੋ ਨਾ ਬਡਾਰ। ਉਹ ਵੇਖਦੇ ਨੇ ਇੰਨਾ ਅਧੀਨ, ਇੰਨਾ ਲੋੜਵੰਦ, ਉਹਨੂੰ ਨਿਰਾਸ਼ਾ ਨਹੀਂ ਮੋੜਦੇ। ਪੁੱਛਦੇ ਨੇ ਤੇਰੀ ਕੀ ਲੋੜ ਹੈ? ਨਿਰਾਸੋ ਨਾ ਬਡਾਰ ਹੈ। ਬੈਠਤ ਹੈ ਜਾਂਕੇ ਦੁਆਰੇ, ਆਸਾ ਕੋ ਬਡਾਰ ਸਵਾਨ। ਸਾਰੀਆਂ ਆਸਾਂ ਲਾ ਕੇ ਕੁੱਤਾ ਇੱਕ ਦਰ ਤੇ ਬੈਠ ਗਿਆ। ਬੜਾ ਸੁੰਦਰ ਕਿਹਾ, ਜਿਹੜੇ ਕੁੱਤਰ ਦਰ ਦਰ ਫਿਰਦੇ ਨੇ ਨਾ ਉਹਨਾਂ ਨੂੰ ਦੁਰ ਦੁਰ ਮਿਲਦੀ ਹੈ, ਪਰ ਜਿਹੜੇ ਇੱਕ ਥਾਂ ਤੇ ਬੈਠ ਗਏ, ਜੋ ਮਾਲਕ ਨੇ ਖਾਧਾ ਉਹ ਉਹਨਾਂ ਨੂੰ ਮਿਲਦਾ। ਜੋ ਕੁੱਤਾ ਦਰ ਦਰ ਫਿਰੇ, ਦਰ ਦਰ ਦੁਰ ਦੁਰ ਹੋਏ, ਜੇਕਰ ਇੱਕ ਦਾ ਹੋਏ ਰਹੇ ਤਾਂ ਕਿਉਂ ਦੁਰ ਦੁਰ ਹੋਏ? ਸਾਈਂ ਬੁੱਲੇ ਸ਼ਾਹ ਨੂੰ ਅਨਾਇਤ ਸ਼ਾਹ ਨੇ ਕੱਢ ਦਿੱਤਾ। ਬੜੀ ਕੰਮ ਦੀ ਗੱਲ ਹੈ ਕਿ ਕਹਿਣ ਲੱਗ ਪਿਆ, ਜਿਵੇਂ ਕਹਿੰਦਾ ਸੀ ਨਾ ਮਨਸੂਰ ਅਨਲ ਹੱਕ, ਅਨਲ ਹੱਕ, ਇਹਦਾ ਮਤਲਬ ਸੀ ਮੈਂ ਖੁਦਾ ਹਾਂ, ਮੈਂ ਖੁਦਾ ਹਾਂ, ਮੈਂ ਅੱਲਾ ਹਾਂ। ਬਹੁਤ ਚੰਗੇ ਸੂਫੀ ਸੰਤ ਸਨ ਬਟਾਲੇ ਦੇ ਵਿੱਚ। ਮਰੀਦਾਂ ਨੇ ਜਾ ਕੇ ਕਿਹਾ ਜੀ ਬੁੱਲਾ ਜਿਹੜਾ, ਉਹ ਕਹਿੰਦਾ ਮੈਂ ਅੱਲਾ ਹਾਂ, ਮੈਂ ਅੱਲਾ ਹਾਂ। ਹੱਸ ਪਏ, ਕਹਿਣ ਲੱਗੇ ਸੱਚ ਕਹਿੰਦਾ। ਕਹਿਣ ਲੱਗੇ ਜੀ ਸੱਚ ਕਿਵੇਂ ਕਹਿੰਦਾ? ਕਹਿਣ ਲੱਗੇ ਕਹਿੰਦਾ ਨਾ ਮੈਂ ਅੱਲਾ ਹਾਂ। ਤੇ ਅੱਲਾ ਦਾ ਅਰਥ ਕੀ ਹੁੰਦਾ ਜੇ ਪੱਕਾ ਨਹੀਂ?
ਜਿਹੜਾ ਨਾ ਪੱਕਿਆ ਹੋਵੇ ਉਹਨੂੰ ਕਹਿਣਾ ਅਜੇ ਅੱਲਾ, ਇਹਨੂੰ ਪੀਰ ਅਨਾਜ ਸ਼ਾਹ ਕੋਲ ਭੇਜੋ, ਪੱਕ ਕੇ ਆਵੇ। ਉੱਥੇ ਗਿਆ, ਗਲਤੀ ਕੋਈ ਕੀਤੀ, ਉਹਨੂੰ ਕੱਢ ਦਿੱਤਾ। ਇੱਕ ਦਿਨ ਵੇਖਿਆ ਮਾਲਿਕ ਕੁੱਤੇ ਨੂੰ ਮਾਰ ਰਿਹਾ ਸੋਟੀਆਂ, ਉਹ ਚੌਂ ਚੌਂ ਕਰਦਾ, ਫੇਰ ਆ ਕੇ ਲੱਤਾਂ ਨੂੰ ਚਿੰਬੜਦਾ ਪਿਆ। ਕਹਿਣ ਲੱਗਾ ਤੇਰੇ ਨਾਲੋਂ ਬੁੱਲਿਆ ਇਹ ਚੰਗਾ ਹੀ। ਮਾਲਕ ਦਾ ਦਰ ਮੂਲ ਨਹੀਂ ਛੱਡਦੇ, ਭਾਵੇਂ ਮਾਰਨ 100 ਜੁੱਤੇ। ਚੱਲ ਬੁੱਲਿਆ ਉੱਠ, ਪੀਰ ਮਨਾ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ। ਤੇਰੇ ਨਾਲੋਂ ਕੁੱਤਾ ਫਿਰ ਚੰਗਾ। ਕੁੱਤੇ ਨੇ ਇੱਕ ਸੇਧ ਦੇ ਦਿੱਤੀ, ਬੈਠਤਾ ਹੈ ਜੰਗ ਕੇ ਦੁਆਰੇ, ਆਸਾ ਕੋ ਬਡਾਰ ਸੁਆਣ, ਅੰਤ ਕਰਨਾ ਕੇ ਟੋਰ ਤੋਰ, ਟੂਕ ਤਾਂ ਹੀ ਡਰ ਹੈ, ਟੁੱਕਰ ਤੋੜ ਕੇ ਉਹਨੂੰ ਸੁੱਟ ਹੀ ਦਿੰਦਾ। ਇੱਕ ਗੱਲ ਹੋਰ, ਤੁਸੀਂ ਬਾਕੀ ਜਿੰਨੀਆਂ ਚੀਜ਼ਾਂ ਨੇ ਇਹ ਤੇ ਬੜੇ ਆਦਰ ਨਾਲ ਰੱਖਦੇ ਹੋ, ਤੇ ਜੁੱਤੀ ਬਾਹਰ ਲਾ ਦਿੱਤੀ। ਜੁੱਤੀ ਵਿਚਾਰੀ ਨੂੰ ਕੋਈ ਆਦਰ ਨਹੀਂ ਮਿਲਿਆ, ਨਿਮਾਣੀ ਜੁੱਤੀ ਬਾਹਰ ਲਾ ਦਿੱਤੀ। ਪਰ ਜਦੋਂ ਤੁਰਨਾ ਨਾ ਕਿਸੇ ਵੇਲੇ, ਸਭ ਤੋਂ ਪਹਿਲੇ ਉਹਦੀ ਯਾਦ ਆਉਂਦੀ ਹੈ ਕਿ ਮੇਰੀ ਜੁੱਤੀ ਕਿੱਥੇ ਹੈ। ਪਾਇਨ ਕੀ ਪਨਹੀ ਰਹਿਤ ਪਨ ਹਰੀ ਪਰੇ, ਜਾਹੂੰ ਕਾਹੂੰ ਕਾਜ ਉੱਠ ਚਲਤ ਸਮਾਰ ਹੈ। ਸਤਿਗੁਰਾਂ ਨੇ ਆਦਰ ਦਿੱਤਾ, ਭਾਈ ਗੁਰਦਾਸ ਨੇ ਆਦਰ ਦਿੱਤਾ। ਕਹਿੰਦੇ ਨੇ ਪੈਰਾਂ ਦਾ ਜੋੜਾ, ਚਰਨ ਧੂੜ ਤੁਸੀਂ ਜੋੜਿਆਂ ਦੀ ਮੰਗਦੇ ਹੋ। ਇਹ ਨਹੀਂ ਕਿਸੇ ਨੂੰ ਕਹਿੰਦੇ ਕਿ ਇਹਦੇ ਹੱਥਾਂ ਦੀ ਧੂੜ ਲਾ ਲਓ, ਸਿਰ ਦੀ ਧੂੜ ਮੰਗਣਾ ਨਹੀਂ, ਚਰਨ ਧੂੜ ਮੰਗਣਾ। ਜੁੱਤੀ ਦਾ ਸਨਮਾਨ ਹੈ। ਜਾਹੂੰ ਕਾਹੂੰ ਕਾਜ ਉੱਠ ਚਲਤ ਸਮਾਰ ਹੈ। ਕਹਿੰਦੇ ਨੇ ਤੈਸੇ ਛਾੜ ਅਹੰਕਾਰ। ਬਸ ਫੇਰ ਗੱਲ ਉੱਥੇ ਆ ਗਈ, ਹੰਕਾਰ ਛੱਡ ਕੇ ਛਾਰ ਹੋਏ ਗੁਰਮਾਰਗ ਮੈਂ। ਗੁਰੂ ਦੇ ਮਾਰਗ ਵਿੱਚ ਛਾਰ ਬਣ ਜਾਏ। ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਮੈਂ, ਅੰਤ ਦਇਆਲ ਦਇਆ ਕੇ ਪਗ ਧਾਰ। ਦਇਆ ਕਰਕੇ ਉਸ ਨੂੰ ਚਰਨੀ ਲਗਾ ਲੈਂਦਾ। ਸਾਹਿਬ ਜੀ ਕਹਿੰਦੇ ਨੇ ਭਾਈ, ਜੇ ਮੰਨੇ ਦੀ ਅਵਸਥਾ ਤੇਰੀ ਇਹ ਬਣ ਜਾਏ, ਮੰਨੇ ਨਾਨਕ ਭਵੇਂ ਨਾ ਪੇਖ। ਗੁਰੂ ਦੇ ਦਰ ਤੋਂ ਹੀ ਸਭ ਕੁਛ ਮਿਲੇਗਾ। ਇੱਕ ਦੇਵਾ ਦਰ ਦਾ ਹੋ ਜਾ, ਇਸ ਦਰ ਤੇ ਕੋਈ ਘਾਟ ਨਹੀਂ। ਇਸ ਦਰ ਤੇ ਆ ਕੇ ਯੋਗੀ ਵੀ ਆਏ, ਕਾਜੀ ਵੀ ਆਏ, ਮੁੱਲਾ ਵੀ ਆਏ, ਹਰ ਧਰਮ ਦਾ ਬੰਦਾ ਆਇਆ, ਤ੍ਰਿਪਤ ਹੋ ਕੇ ਗਿਆ। ਉਸ ਨੂੰ ਉਸ ਦੇ ਪ੍ਰਸ਼ਨ ਦਾ ਉੱਤਰ ਮਿਲਿਆ। ਮੈਂ ਕਹਿ ਦਿਆਂ ਤੇ ਗਲਤ ਨਹੀਂ ਕਿ ਦੁਨੀਆ ਸੀ ਸਵਾਲਾਂ ਨਾਲ ਭਰੀ। ਸਵਾਲੀ ਪਤਾ ਕਿਹਨੂੰ ਕਹਿੰਦੇ ਆ? ਲੋੜਵੰਦ ਨੂੰ। ਦੁਨੀਆ ਸਵਾਲਾਂ ਨਾਲ ਭਰੀ ਸੀ ਤੇ ਗੁਰੂ ਨਾਨਕ ਦੇਵ ਜਵਾਬ ਦੇਣ ਵਾਸਤੇ ਆਏ ਸਨ। ਉਹਨਾਂ ਨੇ ਹਰ ਗੱਲ ਦਾ ਜਵਾਬ ਦਿੱਤਾ, ਔਰ ਘਰ ਘਰ ਜਾ ਕੇ ਦਿੱਤਾ। ਕੋਈ ਆ ਗਿਆ ਉਸ ਨੂੰ ਵੀ ਦਿੱਤਾ, ਤੇ ਫਿਰ ਕਿਹਾ ਸਵਾਲੀ ਫਿਰ ਵੀ ਆਉਣਗੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਸਰੂਪ ਦੇ ਦਿੱਤਾ ਕਿ ਸਾਨੂੰ ਦਰ ਦਰ ਨਾ ਫਿਰਨਾ ਪਵੇ। ਮੰਨੇ ਦੀ ਅਵਸਥਾ ਬਣ ਜਾਏ, ਮੰਨੇ ਨਾਨਕ ਭਵੇਂ ਨਾ ਪੇਖ। ਜੇ ਐਸਾ ਨਾਮ ਨਰਿੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਇ। ਸਮਾਂ ਤੇ ਬਿਲਕੁਲ ਥੋੜਾ ਰਹਿ ਗਿਆ, ਬਾਕੀ ਵਿਚਾਰਾਂ ਕੱਲ ਕਰ ਲਵਾਂਗੇ, ਪਰ ਇਹ ਥੋੜਾ ਜਿਹਾ ਮੈਂ ਕਹਿ ਦੇਵਾਂ। ਪਹਿਲੇ ਬੇਨਤੀ ਕੀਤੀ ਸੀ ਮੰਨੇ ਬਾਰੇ, ਮੋਖ ਦੁਆਰ ਦੇ ਸੰਬੰਧ ਵਿੱਚ। ਤੀਸਰਾ ਹੈ ਨਾਮ ਨਰਿੰਜਨ। ਪਰਮਾਤਮਾ ਦਾ ਨਾਮ ਬਹੁਤ ਕਿਤਾਬਾਂ ਦੀਆਂ ਕਿਤਾਬਾਂ ਭਰੀਆਂ ਪਈਆਂ, ਵੱਡੇ ਵੱਡੇ ਗ੍ਰੰਥ। ਨਾਮ ਤੇ ਨਾਮੀ ਦਾ ਭੇਦ ਮੈਂ ਸੰਖੇਪ ਚ ਸ਼ਬਦਾਂ ਚ ਕਹਾਂ। ਤੁਸੀਂ ਸਿਰਫ ਸ਼ਬਦ ਸੁਣਿਆ ਦੁੱਧ, ਸੁਣਿਆ ਕੋਲ ਕੋਈ ਨਹੀਂ ਦੁੱਧ, ਖਾਲੀ ਹੱਥ ਹੋ ਤੇ ਸੁਣਿਆ ਦੁੱਧ, ਇਹਨੂੰ ਕਹਿੰਦੇ ਨੇ ਨਾਮ। ਇਹ ਹੈ ਸੰਗਿਆ। ਲੇਕਿਨ ਜਦੋਂ ਦੁੱਧ ਹੱਥ ਵਿੱਚ ਆ ਗਿਆ, ਇਹ ਹੈ ਨਮੀ। ਸਤਾ ਜਦੋਂ ਆ ਗਈ ਨਾ, ਜਿਹੜੀ ਚੀਜ਼ ਦਾ ਨਾਮ ਹੈ ਉਹ ਕੋਲ ਆ ਗਿਆ। ਜੇ ਤੇ ਨਾਮ ਸਿਰਫ ਲੈ ਦਿੱਤਾ ਰੱਬ ਦਾ, ਉਹ ਹੈ ਨਾਮ। ਤੇ ਜੇ ਸਤਾ ਉਹ ਉਸ ਦੇ ਵਿੱਚ ਅਭੇਦ ਹੋਊਗਾ। ਕਿਹੜੀ ਸਤਾ? ਨਾਮ ਕੇ ਧਾਰੇ ਸਗਲੇ ਜੰਤ। ਨਾਮ ਨੂੰ ਇਹ ਰੂਪ ਵੀ ਦੇ ਦਿੱਤਾ। ਇੱਥੇ ਨਾਮ ਦਾ ਅਰਥ ਹੈ ਪ੍ਰਮਾਤਮਾ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
ਇੱਕ ਨਾਮ ਜਦੋਂ ਕਰਤਾ ਬਣ ਜਾਂਦਾ ਨਾ, ਸਭ ਕੁਝ ਕਰਦਾ, ਉਹ ਨਾਮੀ ਹੈ। ਉਹ ਸਤਾ ਨਾਲ ਜੋੜ। ਸੰਗਿਆ ਨੂੰ ਨਾ ਨਿਰਾ ਦੁਹਰਾਉਂਦਾ ਰਹੋ, ਪਰ ਸੰਗਿਆ ਦਾ ਇੱਕ ਫਾਇਦਾ, ਉਸ ਤੋਂ ਬਿਨਾਂ ਕੰਮ ਨਹੀਂ ਚੱਲਣਾ। ਵਾਹਿਗੁਰੂ 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 ਜਪਣਾ ਜ਼ਰੂਰੀ ਹੈ। ਪਰ ਕਿਉਂ ਹੈ? ਮੈਂ ਜੇ ਕਹਾਂ, ਜੇ ਅੰਬ ਨਾਮ ਨਾ ਹੋਵੇ, ਨਾ ਆਉਂਦਾ ਹੋਵੇ, ਅੰਬਾਂ ਦੀ ਰੇਹੜੀ ਤੱਕ ਵੀ ਨਹੀਂ ਪਹੁੰਚ ਸਕਦੇ। ਇਹ ਵੀ ਤਾਂ ਪਹੁੰਚੋਗੇ ਕਿ ਅੰਬ ਨਾਮ ਆਉਂਦਾ, ਨਾਮ ਰੱਬ ਦਾ ਆਉਂਦਾ, ਫਿਰ ਸਤਾ ਤੱਕ ਵੀ ਪਹੁੰਚ ਜਾਓਗੇ। ਸੇਵਕ ਹੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਐਸਾ ਨਾਮ ਨਰਿੰਜਨ ਹੋਏ। ਨਾਮ ਨਰਲੇਪ। ਨਰਿੰਜਨ ਦਾ ਅਰਥ ਹੈ ਜਿਸ ਨੂੰ ਕੋਈ ਦਾਲਖ ਨਹੀਂ, ਕੋਈ ਕਾਲਖ ਨਹੀਂ, ਨਰਲੇਪ ਹੈ। ਐਸਾ ਨਾਮ ਨਰਿੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਨ ਵਿੱਚ ਕੋਈ ਮੰਨ ਕੇ ਵੇਖੇ। ਜਾਪ ਸਾਹਿਬ ਵਿੱਚ ਸਤਿਗੁਰਾਂ ਨੇ ਕਿਹਾ, ਤੇਰੀਆਂ ਬੜੀਆਂ ਸਿਫਤਾਂ ਨੇ, ਪਰ ਇੱਕ ਇਹ ਵੀ ਹੈ, ਮਨ ਮਾਨਿਆ ਹੈ ਜਗ ਜਾਣਿਆ ਹੈ। ਜਗਤ ਵਿੱਚ ਜਾਣਿਆ ਜਾਣਾ ਹੈ, ਮਨ ਵਿੱਚ ਮੰਨਣ ਯੋਗ ਜੇ ਕੋਈ ਹੈ ਨਾ, ਹੋਰ ਕੁਛ ਵੀ ਨਹੀਂ, ਤੂੰ ਹੀ ਮੰਨਣ ਯੋਗ ਹੈ। ਤੈਨੂੰ ਮੰਨ ਲਈਏ ਤੇ ਸਭ ਕੁਛ ਹੋ ਗਿਆ। ਇੱਕ ਪੰਕਤੀ ਪੜ੍ਹ ਕੇ ਮੈਂ ਸਮਾਪਤੀ ਵਾਲੇ ਆਵਾਂ, 2 ਮਿੰਟ ਰਹਿ ਗਏ ਬਾਕੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਇੱਕ ਮਿੱਤਰ ਬਣ ਗਿਆ ਪ੍ਰਮਾਤਮਾ ਤੇ ਸਾਰੇ ਹੀ ਮਿੱਤਰ ਬਣ ਗਏ। ਰਾਜਾ ਮਿੱਤਰ ਬਣ ਗਿਆ ਤੇ ਪ੍ਰਜਾ ਵੀ ਬਣੇਗੀ, ਕਿਉਂਕਿ ਪ੍ਰਜਾ ਉਸਦੇ ਹੁਕਮ ਦੇ ਥੱਲੇ ਆ। ਇੱਕ ਨਾਲ ਪਿਆਰ ਬਣ ਗਿਆ, ਸਭ ਨਾਲ ਬਣ ਜਾਏਗਾ। ਵੱਡੇ ਵੱਡੇ ਰਿਸ਼ੀਆਂ ਇਹ ਗੱਲ ਕਹੀ। ਪੁੱਤਰ ਪੜ੍ਹ ਕੇ ਆਇਆ ਤੇ ਕਹਿਣ ਲੱਗਾ, ਬੇਟਾ ਉਹ ਜਾਣ ਕੇ ਆਇਆ ਜਿਸ ਨੂੰ ਜਾਣ ਕੇ ਸਭ ਕੁਛ ਹੀ ਜਾਣਿਆ ਜਾਂਦਾ। ਕਹਿਣ ਲੱਗਾ, ਉਹ ਤੇ ਨਹੀਂ ਜਾਣ ਕੇ ਆਇਆ। ਤੇ ਕਹਿਣ ਲੱਗੇ, ਤੂੰ ਕੁਛ ਵੀ ਨਹੀਂ ਜਾਣਿਆ, ਤੂੰ ਕੁਛ ਵੀ ਨਹੀਂ ਪੜ੍ਹਿਆ। ਗੁਰੂ ਸਾਹਿਬ ਕਹਿੰਦੇ ਨੇ, ਇੱਕ ਨੂੰ ਜਾਣ ਲੈ, ਇੱਕ ਓਂਕਾਰ, ਇੱਕ ਨਾਲ ਰਿਸ਼ਤਾ ਬਣਾ, ਇੱਕ 'ਚ ਮਨ ਮੰਨ ਜਾਏ। ਇੱਕ ਨਾਲ ਜੇ ਰਿਸ਼ਤਾ ਬਣ ਗਿਆ, ਇੱਕ ਨਾਮ ਨਾਲ ਰਿਸ਼ਤਾ ਬਣਾ। ਨਾਮ ਨਰਲੇਪ ਹੈ, ਤੂੰ ਵੀ ਨਰਲੇਪ ਹੋ ਜਾਏਗਾ, ਤੂੰ ਵੀ ਨਾਮ ਦਾ ਰੂਪ ਹੋ ਜਾਏਗਾ। ਇਹ ਤੇ ਤੇਰਾ ਰੋਮ ਰੋਮ ਜਪੇਗਾ। ਜੇ ਤੂੰ ਨਾਮ ਨਰਿੰਜਨ ਨਾਲ ਜੁੜ ਜਾਏ, ਤੂੰ ਵੀ ਨਰਿੰਜਨ ਹੋ ਜਾਏਗਾ। ਤੈਨੂੰ ਵੀ ਕੋਈ ਕਾਲਖ ਨਹੀਂ ਲੱਗੇਗੀ। ਰਹੇਗਾ ਤੇ ਕੱਜਲ ਦੀ ਕੋਠੜੀ ਵਿੱਚ, ਰਹਿਣਾ ਤੇ ਇੱਥੇ ਹੀ ਹੈ, ਹੋਰ ਥਾਂ ਕੋਈ ਨਹੀਂ। ਪਰਮਾਤਮਾ ਨੇ ਭੇਜਿਆ ਕਬੀਰ, ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਏ। ਇੱਕ ਤੇ ਕੱਜਲ ਦੀ ਕੋਠੜੀ, ਇੱਕ ਅੰਧਾ। ਵਾਕਿਆ ਹੀ ਅਗਿਆਨਤਾ ਕਰਕੇ ਤੇ ਅੰਧੇ ਆ। 2 ਅੱਖਾਂ ਹੁੰਦਿਆਂ ਵੀ ਗਲਤੀਆਂ ਹੁੰਦੀਆਂ ਨੇ। ਮੁਆਫੀਆਂ ਮੰਗਦੇ ਮੈਂ ਹੈਰਾਨ ਹੋ ਜਾਣਾ। ਭਾਈ ਪੜ੍ਹੇ ਲਿਖੇ ਬੰਦੇ, ਵੱਡੀਆਂ ਡਿਗਰੀਆਂ ਕੋਲ, ਵੱਡੀਆਂ ਪਦਵੀਆਂ ਤੇ, ਰੋਜ਼ ਹੀ ਹੁੰਦਾ ਜੀ ਮੈਂ ਮੁਆਫੀ ਮੰਗਣਾ, ਜਿਹੜੀ ਮੈਂ ਗੱਲ ਆਖੀ ਹੈ ਨਾ, ਇਹ ਮੈਂ ਗਲਤ ਆਖੀ ਹੈ। ਹੱਦ ਹੋ ਗਈ। ਇਹ ਫਿਰ ਇਹਦਾ ਮਤਲਬ ਅਗਿਆਨਤਾ, ਅੰਧਕਾਰ ਸੁੱਤਿਆਂ ਸੁੱਤਿਆਂ ਆਖੀ, ਜਾਗ ਕੇ ਨਹੀਂ ਆਖੀ। ਕਿੰਨੇ ਬੰਦੇ ਰੋਜ਼ ਦੇ ਮੁਆਫੀਆਂ ਮੰਗਦੇ ਨੇ। ਉਹਦਾ ਕਾਰਨ ਕੀ ਹੈ? ਕਾਰਨ ਇੱਕੋ ਹੀ ਹੈ, ਨਾਮ ਨਰਿੰਜਨ ਨਾਲ ਨਹੀਂ ਜੁੜੇ। ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਏ। ਹਾਂ ਬਲਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਮੈਂ ਤੇ ਅੰਧਿਆਂ ਨੂੰ ਖਿਮਾ ਕਰਨਾ, ਘੜੀਏ ਠੀਕ ਕਰਦਿਆਂ ਵੇਖਿਆ ਅੱਜ। ਇਹਦਾ ਮਤਲਬ ਕੋਈ ਅੰਦਰ ਚਾਨਣ ਹੈ ਨਾ, ਵੇਖਿਆ ਟੋ ਟੋ ਕੇ ਨਿਕਲ ਜਾਣਾ। ਉਹਨੂੰ ਜੇ ਇੱਕ ਅੰਦਰ ਦੀ ਸੋਝੀ ਮਿਲ ਜਾਏ, ਸਾਹਿਬ ਜੀ ਕਹਿੰਦੇ ਨੇ ਐਸਾ ਨਾਮ ਨਰਿੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋ ਮਨ ਵਿੱਚ ਮੰਨ ਕੇ ਵੇਖੇ, ਮੰਨਣ ਦੀ ਅਵਸਥਾ ਆ ਜਾਏ, ਨਾਮ ਨਰਿੰਜਨ ਹੈ, ਤੈਨੂੰ ਵੀ ਨਰਿੰਜਨ ਕਰੇਗਾ। ਉੱਥੇ ਮੋਖ ਦੁਆਰਾ, ਤੈਨੂੰ ਵੀ ਮੋਖ ਦੁਆਰਾ ਮਿਲੇਗਾ। ਤੇਰੇ ਵੀ ਬੰਧਨ ਟੁੱਟਣਗੇ, ਤੈਨੂੰ ਵੀ ਮਿਲੇਗਾ, ਤੇਰੇ ਪਰਿਵਾਰ ਨੂੰ ਵੀ ਮਿਲੇਗਾ। ਮੰਨੇ ਪਰਿਵਾਰ ਐਸਾ ਧਾਰ। ਅਗਲੀ ਪੌੜੀ ਦਾ ਵਿਚਾਰ ਪੰਚ, ਇਹ ਬੜਾ ਔਖਾ ਵਿਚਾਰ ਹੈ। ਬਹੁਤ ਕੁਝ ਇਸ ਤੇ ਕਿਹਾ। ਕੱਲ ਸਮੇਂ ਨਾਲ ਆਓ, ਬੈਠੀਏ ਵੇਖੀਏ ਕਿ ਪੰਚ ਕਿਹਨੂੰ ਆਖਿਆ।
ਇਸ ਦੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਕੀ ਹੈ, ਬਹੁਤ ਕੁਝ ਲਿਖਿਆ ਹੈ, ਟੀਕਾਕਾਰਾਂ ਬਹੁਤ ਕੁਝ ਕਿਹਾ, ਪਰ ਜੋ ਦਾਸ ਨੂੰ ਤੁਸੀਂ ਬੁੱਧ ਬਖਸ਼ੇ, ਤੁਸੀਂ ਸਿਰ ਤੇ ਹੱਥ ਰੱਖਣਾ, ਉਹ ਵਿਚਾਰਾਂ ਕੱਲ ਕਰਨ ਦਾ ਯਤਨ ਕਰਾਂਗਾ। ਆਪ ਭੁੱਲਾਂ ਦੀ ਖਿਮਾ ਜੀ, ਪਿਆਰ ਸਹਿਤ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।